ਅੱਜ ਦੇ ਹਾਲਾਤ ਤੁਸੀਂ ਜਾ ਕੇ ਦੇਖੋਗੇ, ਹਰ ਗੱਲ 'ਚ ਅਸੀਂ ਉਦਘਾਟਨ ਹੀ ਕਰੀ ਜਾਂਦੇ ਹਾਂ। ਸਵਾਦ ਤਾਂ ਆਉਂਦਾ ਜੀ ਉਦਘਾਟਨ ਹੱਥੀਂ ਕੰਮ ਕਰਕੇ ਕੀਤਾ ਹੋਵੇ ਜੀ। ਉਹ ਤਾਂ ਕੰਮਾਂ ਦੀ ਮੈਂ ਲਿਸਟ ਵੀ ਦਿੱਤੀ ਜੀ ਲੋਕਾਂ ਨੂੰ ਕਿ ਤੁਸੀਂ ਦੇਖਿਓ ਸਿਗਨੇਚਰ ਮੇਰੇ ਆ ਔਰ ਉਦਘਾਟਨ ਇਹਨਾਂ ਦੇ ਆ। ਇਹ ਦੋ ਚੀਜ਼ਾਂ ਕਿੱਦਾਂ ਕਬੂਲ ਕਰ ਲਵਾਂ ਜੀ। ਇਹ ਸ਼ਾਇਦ ਸੈਂਟਰ ਗਵਰਨਮੈਂਟ ਨੂੰ ਹਲੇ ਨਹੀਂ ਪਤਾ ਕਿ ਇਹ ਪੰਜਾਬੀ ਜਿਹੜੇ ਹੈਗੇ ਆ ਇਹ ਸੜਕ ਛਾਪ ਨਹੀਂ। ਪੰਜਾਬੀਆਂ ਦੀ ਤਾਂ ਉਹ ਕਹਾਵਤ ਵਾ ਕਿ ਅਸੀਂ ਤਾਂ ਇੱਕ ਗੱਡੇ ਦੇ ਨਾਲ ਮਰਸੀਡੀਜ਼ ਬੰਨ੍ਹ ਕੇ ਲੈ ਜੀਦੀ ਆ ਜੀ। ਮੈਂ ਬਿਲਕੁਲ ਇੰਨੀ ਗੱਲ ਸ਼ਿਓਰਟੀ ਨਾਲ ਤੁਹਾਨੂੰ ਕਹਿ ਸਕਦਾ, ਇੱਕ ਪੰਜਾਬੀ ਜਿਹੜੇ ਬਾਹਰ ਵਲੈਤਾਂ 'ਚ ਬੈਠੇ ਵੀ ਤੁਸੀਂ ਦੇਖ ਲਓ, ਹਰ ਦਾ ਧਿਆਨ ਪੰਜਾਬ ਵੱਲ ਨੂੰ ਹੈ। ਗਵਰਨਮੈਂਟ ਨੂੰ ਇਹ ਧਿਆਨ ਦੇਣਾ ਚਾਹੀਦਾ, ਕੋਈ ਹੋਰ ਸਟੇਟ ਨਹੀਂ, ਇਹ ਪੰਜਾਬੀ ਨੇ। ਬੀਜੇਪੀ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈਗੀ ਉਹਨਾਂ ਨੂੰ ਬੈਠ ਕੇ ਇਹਦਾ ਹੱਲ ਕਰਨਾ ਚਾਹੀਦਾ। ਕਹਿ ਸਕਦੇ ਜ਼ਮੀਨੀ ਤੌਰ 'ਤੇ ਜਿਹੜਾ ਕੈਂਡੀਡੇਟ ਲੋਕਾਂ ਨੂੰ ਪਸੰਦ ਆਉਂਦਾ ਹੈ, ਲੋਕ ਉਹਨੂੰ ਚੁਣਦੇ ਨੇ। ਇਹਦੇ ਵਿੱਚ ਪਾਰਟੀ ਦੀ ਬਹੁਤੀ ਮਹੱਤਤਾ ਨਹੀਂ ਰੱਖਦੀਆਂ ਹੁੰਦੀਆਂ, ਕਿਉਂਕਿ ਇਹ ਵਿਧਾਨ ਸਭਾ ਦੇ ਇਲੈਕਸ਼ਨਸ 'ਚ ਪਾਰਟੀਆਂ ਕਿਉਂਕਿ ਸੀਐਮ ਚੁਣਨਾ। ਹੁਣ ਇਲੈਕਸ਼ਨਾਂ ਦੇ ਵਿੱਚ ਅਸੀਂ ਉਦਘਾਟਨ ਕਰਦੇ ਹਾਂ। ਹੁਣ ਤੁਸੀਂ ਮੇਰੇ ਤੋਂ ਪਹਿਲਾਂ ਸਵਾਲ ਪੁੱਛਿਆ ਕਿ ਪੰਜਾਬੀਅਤ ਜ਼ਰੂਰੀ ਹੈ ਕਿ ਇਲੈਕਸ਼ਨਸ। ਮੈਂ ਕਿਹਾ ਜੀ ਪੰਜਾਬੀ ਜੀਂਦੇ ਰਹਿਣਗੇ ਤਾਂ ਇਲੈਕਸ਼ਨਾਂ ਬਣਨਗੀਆਂ ਜੀ। ਇਲੈਕਸ਼ਨ ਕੋਈ ਵੱਡੀ ਚੀਜ਼ ਨਹੀਂ ਸਾਡੇ ਲਈ। ਸਾਨੂੰ ਪੰਜਾਬ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਪੰਜਾਬੀਅਤ ਨੂੰ ਬਚਾਉਣ ਦੀ। ਇੱਥੇ ਤਾਂ ਉਦਘਾਟਨ ਕਰਨ ਡਿਆ, ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਹੋ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਛਨਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਜੋ ਦਿੱਲੀ ਦੇ ਵਿੱਚ ਹੈ, ਤੇ ਦੂਸਰੇ ਪਾਸੇ ਸਰਕਾਰਾਂ ਦੇ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਦਾ ਸੀਗਾ ਬਿਗਲ ਵਜਾ ਦਿੱਤਾ ਗਿਆ ਜੀ। ਤੇ ਸਾਡਾ ਫਰਜ਼ ਬਣਦਾ ਵੀ ਦੋਨੇ ਪਾਸਿਆਂ ਨੂੰ ਸਾਨੂੰ ਪੂਰੀ ਦੀ ਪੂਰੀ ਕਵਰੇਜ ਅਸੀਂ ਤੁਹਾਨੂੰ ਦਿਖਾ ਸਕੀਏ। ਹੁਣ ਅਸੀਂ ਬੈਠੇ ਹਾਂ ਨਕੋਦਰ ਦੇ ਵਿੱਚ ਵਾਰਡ ਨੰਬਰ 5 ਦੇ ਵਿੱਚ, ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਇੱਥੋਂ ਦੇ ਸਾਬਕਾ ਪ੍ਰਧਾਨ ਅਦਿੱਤਿਆ ਭਟਾਰਾ ਜੀ ਨਾਲ, ਜੋ ਕਿ ਹੁਣੇ ਹਜੇ ਲਾਕਡਾਊਨ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਚੁੱਕੇ ਨੇ ਤੇ ਹੁਣ ਨਵੀਂ ਜਿਹੜੀ ਚੋਣ ਦੀ ਤਿਆਰੀ ਹੈ ਜੀ। ਪਹਿਲਾਂ ਤਾਂ ਬਾਈ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਛਨਕਾਟਾ ਟੀਵੀ ਦੇ ਸਾਰੇ ਤੁਹਾਡੀ ਟੀਮ ਦਾ, ਦਰਸ਼ਕਾਂ ਦਾ, ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਪਣਾ ਵਕਤ ਕੱਢਿਆ ਔਰ ਰੂਬਰੂ ਹੋਏ। ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਈ ਜੀ ਇਲੈਕਸ਼ਨ ਦਾ ਬਿਗਲ ਵੱਜ ਚੁੱਕਿਆ ਆ ਤੇ ਦੂਸਰੇ ਪਾਸੇ ਕਿਸਾਨ ਅੰਦੋਲਨ ਵੀ ਚੱਲ ਰਿਹਾ ਆ। ਤੁਹਾਨੂੰ ਲੱਗਦਾ ਵੀ ਹੁਣ ਇਸ ਇਲੈਕਸ਼ਨ ਦਾ ਕੁਝ ਫਰਕ ਇਸ ਚੀਜ਼ ਦੇ ਉੱਤੇ ਪਊਗਾ, ਇਲੈਕਸ਼ਨ ਦੇ ਉੱਪਰ ਫਰਕ ਪਊਗਾ ਇਸ ਅੰਦੋਲਨ ਦਾ? ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਪੰਜਾਬੀ ਹੁੰਦੇ ਹਾਂ ਜੀ। ਸਾਡਾ ਪੰਜਾਬ, ਸਾਡਾ ਕਲਚਰ, ਸਾਡੀ ਜਵਾਨੀ ਬਚਣੀ ਸਭ ਤੋਂ ਜ਼ਰੂਰੀ ਹੈ। ਦੇਖੋ ਚੋਣਾਂ ਇੱਕ ਪਾਰਟ ਹੈ, ਲੋਕਤੰਤਰ ਦਾ ਪਾਰਟ ਹੈ। ਚੋਣਾਂ ਹੋਣੀਆਂ, ਲੋਕਾਂ ਨੇ ਚੁਣਨਾ ਆ। ਮੇਰਾ ਨਿੱਜੀ ਤੌਰ 'ਤੇ ਮੰਨਣਾ ਜ਼ਰੂਰ ਹੈ ਕਿ ਚੋਣਾਂ ਤੋਂ ਸਭ ਤੋਂ ਜ਼ਿਆਦਾ ਸਾਨੂੰ ਇਸ ਟਾਈਮ ਜ਼ਰੂਰਤ ਆਪਣੇ ਪੰਜਾਬ ਨੂੰ ਬਚਾਉਣ ਦੀ ਹੈ। ਠੀਕ ਹੈ ਕਿ ਜੇ ਬਿਗਲ ਵੱਜ ਜਾਂਦਾ ਆ ਤਾਂ ਦੇਖੋ ਹਰ ਪਾਰਟੀਆਂ ਆਪਣੇ ਆਪਣੇ ਕੈਂਡੀਡੇਟਸ ਦਾ, ਸਾਰਿਆਂ ਦੇ ਸਾਊਂਡ ਖੜੇ ਨੇ, ਹਰ ਕਿਸੇ ਨੇ ਲੜਾਈ ਲੜਨ ਦੀ ਕੋਸ਼ਿਸ਼ ਕਰਨੀ ਆ। ਪਰ ਇਹਦੇ ਨਾਲੋਂ ਸਭ ਤੋਂ ਪਹਿਲ ਕਿਹੜੀ ਸਾਡੀਆਂ ਜ਼ਰੂਰਤਾਂ ਨੇ ਉਹ ਪੰਜਾਬੀਅਤ ਨੂੰ ਬਚਾਉਣ ਦੀ ਹੈ। ਸਾਡੇ ਪੰਜਾਬ ਨੂੰ, ਮੈਂ ਤਾਂ ਸਾਰੀਆਂ ਪਾਰਟੀਆਂ, ਪੋਲੀਟੀਕਲ ਪਾਰਟੀਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਪੰਜਾਬ ਦੇ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਸਾਰੀਆਂ ਇੱਕ ਪਲੇਟਫਾਰਮ 'ਤੇ ਖੜੇ ਹੋ ਕੇ ਸਾਨੂੰ ਇੱਕ ਆਵਾਜ਼ ਕੱਢਣੀ ਚਾਹੀਦੀ ਹੈ। ਇਸ ਟਾਈਮ ਸਾਨੂੰ ਪੰਜਾਬੀ ਦੀ ਔਰ ਪੰਜਾਬ ਦੀ ਔਰ ਪੰਜਾਬੀਆਂ ਦੀ ਜਵਾਨੀਆਂ ਦੀ ਜ਼ਰੂਰਤ ਹੈ। ਜਿੰਨੇ ਯੰਗਸਟਰ ਮੁੰਡੇ ਤੁਸੀਂ ਦੇਖ ਰਹੇ ਹੋ, ਬਜ਼ੁਰਗ ਨੇ, ਸਾਰੇ ਸੜਕਾਂ 'ਤੇ ਬੈਠੇ ਨੇ ਜੀ। ਇਹਦੋਂ ਉੱਪਰ ਕੁਛ ਹੈ ਜੀ? ਜੇ ਅਸੀਂ ਪੰਜਾਬੀ ਜੀਂਦੇ ਰਵਾਂਗੇ ਤਾਂ ਚੋਣਾਂ ਦਾ ਫਾਇਦਾ ਹੋਣਾ ਜੀ। ਜੇ ਪੰਜਾਬੀ ਨਾ ਰਹਿਣਗੇ ਤਾਂ ਸਾਡੀ ਕੀ ਕਰਾਂਗੇ ਜੀ? ਪੰਜਾਬ ਇੱਕ ਕਿਸਾਨ ਹੈ ਜੀ। ਪੰਜਾਬੀਅਤ ਇੱਕ ਇਹੋ ਜਿਹੀ ਆਪਾਂ ਕੌਮ ਗਿਣੀ ਗਈ ਹੈ ਜੀ, ਇੱਕ ਪੰਜਾਬੀ ਨਹੀਂ ਮਾਣ ਹੁੰਦਾ ਜੀ। ਇੱਥੇ ਤਾਂ ਬਾਰਡਰਾਂ 'ਤੇ ਸਾਰਾ ਪੰਜਾਬ ਬੈਠਾ ਅੱਜ। ਪਰ ਗਵਰਨਮੈਂਟ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਔਰ ਲੀਡਰ ਸਾਹਿਬਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਿਹੜੀਆਂ ਚੋਣਾਂ ਆ। ਇਹ ਤਾਂ ਇੱਕ ਜ਼ਰੂਰ ਲੋਕਤੰਤਰ ਦਾ ਪਾਰਟ ਹੈ, ਪਰ ਪੰਜਾਬੀਅਤ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ। ਤੇ ਇੱਕ ਜਿਵੇਂ ਕਿ ਇਸ ਟਾਈਮ ਬੀਜੇਪੀ ਦਾ ਬਹੁਤ ਜ਼ਿਆਦਾ ਬਾਈਕਾਟ ਹੋ ਰਿਹਾ ਹੈ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰੇਕ ਜਗ੍ਹਾ ਦੇ ਉੱਤੇ ਬਾਈਕਾਟ ਹੋ ਰਿਹਾ। ਹੁਣ ਐਰਕੀ ਲੱਗਦਾ ਵੀ ਐਰਕੀ ਜੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਬੀਜੇਪੀ ਦੇ ਕੈਂਡੀਡੇਟਸ ਆਉਂਦੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਊਗਾ ਜੋ ਇਸ ਟਾਈਮ ਦਿੱਲੀ ਦੀ ਸਰਕਾਰ ਉਹਨਾਂ ਦੇ ਨਾਲ, ਸਾਡੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ। ਦੇਖੋ ਜੀ, ਜਿੱਥੇ ਤੱਕ ਬੀਜੇਪੀ ਦਾ ਸਵਾਲ ਹੈ ਕਿ ਮੈਂ ਤਾਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ। ਦੇਖੋ ਜੀ, ਇਹਨਾਂ ਨੂੰ ਪੰਜਾਬ ਦੀ ਜਿੰਨੀ ਵੀ ਸੀਨੀਅਰ ਬੀਜੇਪੀ ਲੀਡਰਸ ਹੈ, ਇਹਨਾਂ ਨੂੰ ਉੱਥੇ ਦਿੱਲੀ ਜਾ ਕੇ ਬਿਲਕੁਲ ਬੈਠ ਕੇ ਔਰ ਪੀਐਮ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਇਸ ਟਾਈਮ ਕਿਸਾਨੀ ਔਰ ਪੰਜਾਬੀਆਂ ਦੀ ਦੋਨਾਂ ਦੇ ਸਿਰਬਾਜੀ ਲੱਗੀ ਹੋਈ ਹੈ ਜੀ, ਕਿ ਇਸ ਟਾਈਮ ਪੰਜਾਬੀਅਤ ਨੂੰ ਬਚਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਔਰ ਅਸੀਂ ਪੰਜਾਬ ਹਾਂ, ਸਾਨੂੰ ਪੰਜਾਬੀਆਂ ਨਾਲ ਖੜੇ ਹੋਣਾ ਪਊਗਾ। ਰਹਿ ਗਈ ਦੇਖੋ ਚੋਣਾਂ ਦੀ ਗੱਲ, ਫਿਰ ਉਹ ਉੱਤੇ ਦਰਾਨਾ ਜੀ। ਚੋਣਾਂ ਇੱਕ ਅਲੱਗ ਇਸ਼ੂ ਹੈ ਔਰ ਪੰਜਾਬੀਅਤ ਨੂੰ ਬਚਾਉਣਾ ਇੱਕ ਅਲੱਗ ਇਸ਼ੂ ਹੈ। ਮੈਂ ਤਾਂ ਇਹ ਵੀ ਬੇਨਤੀ ਆਪਣੇ ਵੱਲੋਂ ਪੂਰਜ਼ੋਰ ਕਰਦਾ, ਜਿੰਨੀ ਸੀਨੀਅਰ ਬੀਜੇਪੀ ਲੀਡਰ ਹੈ ਜੀ, ਉਹਨਾਂ ਨੂੰ ਵੀ ਇਸ ਚੀਜ਼ ਨੂੰ ਧਿਆਨ ਦੇ ਕੇ ਬਿਲਕੁਲ
ਪੂਰੀ ਬੀਜੇਪੀ ਲੀਡਰਸ਼ਿਪ ਜਿੰਨੀ ਇਹਨਾਂ ਦੀ ਹੈਗੀ ਆ ਜੀ ਪੰਜਾਬ ਦੀ, ਇਹਨਾਂ ਨੂੰ ਜਾ ਕੇ ਉੱਥੇ ਪੀਐਮ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਜੀ। ਜੇ ਵੋਟਾਂ ਵੀ ਹੈ ਜੀ ਪੰਜਾਬ ਦੀਆਂ ਨੇ, ਜਵਾਨੀ ਹੈ ਤਾਂ ਪੰਜਾਬ ਦੀ ਹੈ। ਜੇ ਪੰਜਾਬ ਦੇ ਹਾਲਾਤ ਫਿਰ ਵਿਗੜ ਗਏ, ਇਹ ਕਿਸੇ ਕੋ ਸੰਭਲਣੇ ਨਹੀਂ ਗਏ ਜੀ। ਕੋਈ ਰਾਜਨੀਤਿਕ ਪਾਰਟੀ ਕੋ ਸੰਭਾਲਿਆ ਨਹੀਂ ਜਾਣਾ ਜੀ। ਉਹਦੇ ਨਾਲ ਚੰਗਾ ਆ ਕਿ ਗਵਰਨਮੈਂਟ ਨੂੰ ਇਹ ਜਿਹੜੀਆਂ ਸਾਡੀਆਂ ਐਮਐਸਪੀ ਤੋਂ ਲੈ ਕੇ ਜਿੰਨੀਆਂ ਮੰਗਾਂ ਆ, ਇਹਨੂੰ ਵਿਚਾਰ ਮੁੜ ਕਰਕੇ ਪੰਜਾਬ ਲਈ ਜੋ ਚੀਜ਼ਾਂ ਹੈਗੀਆਂ ਇਹਨਾਂ ਨੂੰ ਅਨਾਉਂਸ ਕਰਕੇ ਜਿੰਨੇ ਪੰਜਾਬੀ ਵੀਰ ਨੇ ਉਹ ਆਪਣੇ ਆਪਣੇ ਘਰਾਂ 'ਚ ਜਾਣ। ਅੱਜ ਤੁਸੀਂ ਦੇਖ ਸਕਦੇ ਹੋ ਐਡੀ ਠੰਡ 'ਚ ਆਪਾਂ ਤਾਂ ਆਪਣੇ ਘਰਾਂ 'ਚ ਇੱਥੇ ਪੰਜਾਬ 'ਚ ਹੀ ਬੈਠੇ ਜੀ, ਹੀਟਰ ਲਾਈ ਬੈਠੇ ਹਾਂ ਜੀ। ਉਹ ਨੰਗੇ ਧੜ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੀ ਕੋਈ ਪੰਜਾਬ ਕਿਸਾਨੀ, ਕੋਈ ਆਪਾਂ ਐਡੀ ਗਰੀਬ ਨਹੀਂ ਹੈ ਜੀ। ਇੱਕ ਪੰਜਾਬੀ ਦੀ ਗੱਲ ਕਰੀਏ ਜੀ, ਕੈਨੇਡਾ ਤੋਂ ਲੈ ਕੇ ਫਰਾਂਸ ਤੱਕ ਆਪਣੇ ਪੰਜਾਬੀ ਬੈਠੇ ਨੇ। ਅੱਜ ਪੂਰੀ ਦੁਨੀਆ ਦੇ ਵਿੱਚ ਮੈਂ ਬਿਲਕੁਲ ਇੰਨੀ ਗੱਲ ਸ਼ਿਓਰਟੀ ਨਾਲ ਤੁਹਾਨੂੰ ਕਹਿ ਸਕਦਾ, ਇੱਕ ਪੰਜਾਬੀ ਜਿਹੜੇ ਬਾਹਰ ਵਲੈਤਾਂ 'ਚ ਬੈਠੇ ਵੀ ਤੁਸੀਂ ਦੇਖ ਲਓ, ਹਰ ਦਾ ਧਿਆਨ ਪੰਜਾਬ ਵੱਲ ਨੂੰ ਹੈ। ਗਵਰਨਮੈਂਟ ਨੂੰ ਇਹ ਧਿਆਨ ਦੇਣਾ ਚਾਹੀਦਾ, ਕੋਈ ਹੋਰ ਸਟੇਟ ਨਹੀਂ, ਇਹ ਪੰਜਾਬੀ ਨੇ। ਔਰ ਪੰਜਾਬੀਆਂ ਦੀਆਂ ਕਿਹੜੀਆਂ ਮੰਗਾਂ ਨੇ, ਇਹ ਕੋਈ ਕਿਸੇ 'ਤੇ ਆਪਾਂ ਆਸਾਨ ਨਹੀਂ ਕਰਨਾ। ਇਹ ਮੰਗਾਂ ਇੱਕ ਜੈਨੂਅਨ ਮੰਗਾਂ ਨੇ। ਇਹਨਾਂ ਨੂੰ ਗਵਰਨਮੈਂਟ ਨੂੰ ਡਾਇਰੈਕਟਲੀ ਆਪਣੀ ਬੀਜੇਪੀ ਇਹਨਾਂ ਦੀ ਕਿਹੜੀ ਲੀਡਰਸ਼ਿਪ ਹੈਗੀ ਉਹਨਾਂ ਨੂੰ ਬੈਠ ਕੇ ਇਹਦਾ ਹੱਲ ਕਰਨਾ ਚਾਹੀਦਾ। ਬਿਲਕੁਲ ਜੀ। ਹੁਣ ਜਿਹੜੀ ਇਲੈਕਸ਼ਨ ਦਾ ਲਗਭਗ ਬਿਲਕੁਲ ਵੱਧ ਚੁੱਕਿਆ ਹੈ, ਤੁਹਾਡੀ ਕੀ ਨਿੱਜੀ ਰਾਏ ਵੀ ਪਹਿਲਾਂ ਅੰਦੋਲਨ ਖਤਮ ਹੋ ਜਾਣਾ ਚਾਹੀਦਾ, ਉਸ ਤੋਂ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਆ? ਜੇ ਇਲੈਕਸ਼ਨ ਇਹਦੇ ਵਿੱਚ ਹੁੰਦੇ ਤਾਂ ਕਿਤੇ ਨਾ ਕਿਤੇ ਦਾ ਅਸਰ ਇਸ ਚੀਜ਼ ਦਾ ਜ਼ਰੂਰ ਪਊਗਾ ਨਾ। ਸਰ ਦੇਖੋ, ਮੈਂ ਫਿਰ ਇਹ ਕਹਿੰਦਾ, ਮੈਂ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਔਰ ਕੌਂਸਲਸ ਦੀਆਂ ਕਿਹੜੀਆਂ ਚੋਣਾਂ ਹੁੰਦੀਆਂ ਨੇ, ਭਾਈਚਾਰਿਆਂ ਦੀਆਂ ਚੋਣਾਂ ਹੁੰਦੀਆਂ। ਮੇਰਾ ਤਾਂ ਨਿੱਜੀ ਇਹ ਵੀ ਮੰਨਣਾ ਹੈ ਕਿ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਇਲੈਕਸ਼ਨ ਹੁੰਦੀ ਹੈ। ਹਰ ਬੰਦਾ ਇਹ ਦੇਖਦਾ ਕਿ ਸਰਲ ਤੌਰ 'ਤੇ ਕਿਹੜਾ ਕੈਂਡੀਡੇਟ ਆ ਜਿਹੜਾ ਮੇਰੇ ਸੁੱਖ ਦੁੱਖ 'ਚ ਸ਼ਾਮਲ ਹੁੰਦਾ ਹੈ। ਬੜਾ ਕਹਿ ਸਕਦੇ ਹਾਂ ਜ਼ਮੀਨੀ ਤੌਰ 'ਤੇ ਜਿਹੜਾ ਕੈਂਡੀਡੇਟ ਲੋਕਾਂ ਨੂੰ ਪਸੰਦ ਆਉਂਦਾ ਹੈ, ਲੋਕ ਉਹਨੂੰ ਚੁਣਦੇ ਨੇ। ਇਹਦੇ ਵਿੱਚ ਪਾਰਟੀ ਦੀ ਬਹੁਤੀ ਮਹੱਤਤਾ ਨਹੀਂ ਰੱਖਦੀਆਂ ਹੁੰਦੀਆਂ, ਕਿਉਂਕਿ ਇਹ ਵਿਧਾਨ ਸਭਾ ਦੇ ਇਲੈਕਸ਼ਨਸ 'ਚ ਪਾਰਟੀਆਂ ਕਿਉਂਕਿ ਸੀਐਮ ਚੁਣਨਾ ਹੁੰਦਾ ਹੈ। ਇਹਦੇ ਵਿੱਚ ਲੋਕ ਆਮ ਤੌਰ 'ਤੇ ਇਹ ਦੇਖਦੇ ਨੇ ਕਿ ਸਾਡੇ ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਕਿਹੜਾ ਕਾਉਂਸਲਰ ਹੈ, ਲੋਕ ਉਹਨੂੰ ਚੁਣ ਲੈਂਦੇ ਨੇ, ਉਹ ਫਤਵਾ ਦਿੰਦੇ ਨੇ। ਇਹ ਜ਼ਰੂਰ ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ ਕਿ ਸਭ ਤੋਂ ਪਹਿਲਾਂ ਪੰਜਾਬੀਅਤ ਔਰ ਸਾਡੇ ਪੰਜਾਬ ਨੂੰ ਬਚਣਾ ਜ਼ਰੂਰੀ ਹੈ। ਇਹ ਚੋਣਾਂ ਲਈ ਤਾਂ ਦੇਖੋ ਗਵਰਨਮੈਂਟ, ਕਾਂਗਰਸ ਗਵਰਨਮੈਂਟ ਹੈ, ਡਿਸੀਜ਼ਨ ਇਹਨੇ ਲੈਣੇ ਨੇ। ਨੁਕਸਾਨ ਔਰ ਫਾਇਦੇ ਇਹਨਾਂ ਨੂੰ ਦੇਖਣਾ ਪਊਗਾ। ਅਸੀਂ ਤਾਂ ਬਤੌਰ ਓਪੋਜੀਸ਼ਨ 'ਚ ਬੈਠੇ ਹਾਂ ਜੀ। ਸਾਡਾ ਤਾਂ ਇਹ ਆ, ਜੇ ਗਵਰਨਮੈਂਟ ਇਲੈਕਸ਼ਨਸ ਕਰਾਉਂਦੀਆਂ ਨੇ, ਸਾਡੇ ਸਾਰੀ ਪਾਰਟੀ ਦਾ ਔਰ ਸਾਡੇ ਜਿੰਨੇ ਲੀਡਰਸ ਨੇ ਜੀ, ਸਭ ਤੋਂ ਪਹਿਲਾਂ ਧਿਆਨ ਤਾਂ ਦੇਖੋ ਸਭ ਤੋਂ ਪਹਿਲਾਂ ਬਾਰਡਰਾਂ 'ਤੇ ਹੀ ਜਾਂਦਾ ਜੀ। ਇਹ ਇਲੈਕਸ਼ਨਾਂ ਤਾਂ ਇੱਕ 5 ਸਾਲ ਦਾ ਹੁੰਦਾ ਕਿ ਲੋਕਾਂ ਦੀ ਆਪਾਂ ਸੇਵਾ ਕਰਨੀ ਆ, ਪਰ ਕਿਸਾਨੀ ਨੂੰ ਬਚਾਉਣਾ ਤਾਂ ਆਪਣਾ ਧਰਮ ਬਣਦਾ ਜੀ। ਇਹਦੇ ਉੱਪਰ ਤਾਂ ਕੋਈ ਚੀਜ਼ ਨਹੀਂ। ਪਰ ਇਹ ਤਾਂ ਫੈਸਲਾ ਕਿਹੜਾ ਆ, ਉਹ ਸੂਬਾ ਸਰਕਾਰ ਨੇ, ਕਾਂਗਰਸ ਨੇ ਲੈਣਾ ਕਿ ਕੀ ਇਹਨਾਂ ਹਾਲਾਤਾਂ ਦੇ ਵਿੱਚ ਇਹ ਚੋਣਾਂ ਕਰਾਉਣੀਆਂ ਚਾਹੀਦੀਆਂ, ਕਿਉਂਕਿ ਹਲੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ। ਜਦੋਂ ਨੋਟੀਫਿਕੇਸ਼ਨ ਹੋ ਗਿਆ, ਬਤੌਰ ਆਪੋਜੀਸ਼ਨ ਸਾਡਾ ਫਰਜ਼ ਬਣਦਾ ਹੈ ਕਿ 17 ਵਾਰਡਾਂ ਦੇ ਵਿੱਚ ਅਸੀਂ ਜੇ ਨਕੋਦਰ ਦੀ ਗੱਲ ਕਰੀਏ ਤਾਂ ਸਾਰੇ ਕਿੰਨੇ ਕੈਂਡੀਡੇਟਸ ਹੈਗੇ ਆ, ਸਾਰੇ ਦੇ ਸਾਰੇ ਤਿਆਰ ਬੈਠੇ ਨੇ ਜੀ। ਚੋਣਾਂ ਲੜਾਂਗੇ, ਕੀਤੇ ਵਿਕਾਸ ਦੇ ਕੰਮਾਂ 'ਤੇ ਚੋਣਾਂ ਲੜਾਂਗੇ ਜੀ। ਥੋੜ੍ਹਾ ਦਾ ਇੱਕ ਬੈਕਗਰਾਉਂਡ ਵੀ ਹੈਗਾ ਵੀ 1970 ਤੋਂ ਲੈ ਕੇ ਹੁਣ ਤੱਕ ਲਗਭਗ ਤੁਹਾਡੇ ਚੋਣਾਂ ਦੇ ਵਿੱਚ ਤੁਸੀਂ ਖੜ੍ਹਦੇ ਆਏ ਹੋ ਅਤੇ ਨਾਲ ਜਿੱਤਦੇ ਵੀ ਆਏ ਹੋ, ਅਤੇ ਲਗਭਗ ਜੇਕਰ ਤੁਸੀਂ ਇੰਨੇ ਲੰਮੇ ਸਮੇਂ ਤੋਂ ਤੁਹਾਡਾ ਪਰਿਵਾਰ ਜਿੱਤਦਾ ਹੈ, ਕਿਤੇ ਨਾ ਕਿਤੇ ਤਾਂ ਤੁਹਾਡੇ ਕੰਮ ਕੀਤੇ ਲੋਕਾਂ ਨੇ ਕਬੂਲੇ ਨੇ, ਤਾਂ ਹੀ ਤਾਂ ਤੁਹਾਨੂੰ ਹਰੇਕ ਵਾਰ ਜਿੱਤ ਦਾ ਸਿਹਰਾ ਤੁਹਾਡੇ ਮੱਥੇ 'ਤੇ ਸਜਾਉਂਦੇ ਨੇ। ਅਤੇ ਹੁਣ ਇਸ ਵਾਰ ਤੁਹਾਡੀ ਫੁੱਲ ਤਿਆਰੀ ਹੈ, ਪੂਰੇ ਜਿੰਨੇ ਵੀ ਤੁਹਾਡੇ ਕੰਮ ਸੀ ਲਗਭਗ ਮੁਕੰਮਲ ਹੋ ਚੁੱਕਿਆ, ਜਾਂ ਕੋਈ ਕੰਮ ਰਹਿੰਦੇ ਹੈ ਜੀ ਕੋਈ ਤੁਹਾਡੇ? ਦੇਖੋ ਜੀ, ਕਿਤਨੀ ਦੇਰ ਤੱਕ ਕਿਹਾ ਜਾ ਸਕਦਾ, ਸਾਹ ਪ੍ਰਾਣ ਨੇ ਜੀ। ਨਕੋਦਰ ਸ਼ਹਿਰ ਪ੍ਰਤੀ ਤਾਂ ਕੰਮ ਨਹੀਂ ਖਤਮ ਹੋ ਸਕਦੇ। ਜੋ ਜ਼ਿੰਮੇਵਾਰੀਆਂ ਮੇਰਾ ਸ਼ਹਿਰ ਔਰ ਮੇਰਾ ਇਲਾਕਾ ਔਰ ਮੇਰੀ ਵਾਰਡ ਜੋ ਦੱਸਣਗੇ, ਕਿਉਂਕਿ ਮੈਂ ਦੇਖੋ ਮੇਰੀ ਉਮਰ ਦੇ ਮੁਤਾਬਕ ਮੇਰੀ ਵਾਰਡ ਦੇ ਜਿੰਨੇ ਬਜ਼ੁਰਗ ਨੇ ਬੁੱਕਲ 'ਚ ਲੈ ਕੇ ਰੱਖਦੇ ਨੇ ਜੀ। ਉਹਨਾਂ ਦੇ ਬੱਚਿਆਂ ਵਾਂਗੂ ਮੈਂ ਹੈ, ਔਰ ਮੈਨੂੰ ਬੱਚਾ ਸਮਝ ਕੇ ਕੋਈ ਵੀ ਕੰਮ ਕਹਿੰਦਾ ਹੈ ਤਾਂ ਉਹ ਆਪਣਾ ਬੱਚਾ ਔਰ ਪੁੱਤ ਸਮਝ ਕੇ ਕਹਿੰਦਾ। ਜੋ ਜ਼ਿੰਮੇਵਾਰੀਆਂ ਨੇ ਉਹ ਵਫਾਦਾਰੀ ਨਾਲ ਨਿਭਾਈਆਂ ਵੀ ਨੇ ਔਰ ਬਿਲਕੁਲ ਨਿਭਾਵਾਂਗੇ ਜੀ। ਹਾਂਜੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਇੱਕ ਕਾਂਗਰਸ ਦਾ ਲੀਡਰ ਇੱਕ ਬਿਆਨ ਦੇ ਦਿੰਦਾ, ਅਖਬਾਰ ਦੇ ਵਿੱਚ ਇੱਕ ਬਿਆਨ ਆ ਜਾਂਦਾ ਵੀ ਨਕੋਦਰ ਦੀ ਜਿਹੜੀ ਕਾਰਪੋਰੇਸ਼ਨ ਹੈਗੀ ਆ ਸਭ ਤੋਂ ਕਰਪਸ਼ਨ ਦੇ ਵਿੱਚ ਕਰਪਟ ਹੈਗੀ ਆ, ਕੀ ਤੁਸੀਂ ਮੰਨਦੇ ਹੋ ਵੀ ਇਹ ਗੱਲ ਕੋਈ ਵੀ ਲੀਡਰ ਕੋਈ ਮਤਲਬ ਵੀ ਸਿਰ ਕੱਢਵਾਂ ਲੀਡਰ ਇਹ ਗੱਲ ਕਰਦਾ ਤਾਂ ਸ਼ੋਭਾ ਦਿੰਦੀ ਹੈ ਉਹਨਾਂ ਨੂੰ ਇਹ ਗੱਲ ਕਹਿਣੀ? ਦੇਖੋ ਜੀ, ਲੀਡਰਸ਼ਿਪਾਂ ਦਾ ਆਪਣਾ ਆਪਣਾ ਕਰਨ ਦਾ ਸਟਾਈਲ ਹੁੰਦਾ ਜੀ। ਕਿੱਥੇ ਤੱਕ ਉਹਨਾਂ ਨੂੰ ਲੱਗਾ, ਜਾਂ ਵੱਡੇ ਲੀਡਰ ਨੇ, ਮੈਂ ਕਿਸੇ ਦੇ ਬਾਰੇ ਤਾਂ ਚਲੋ ਕੀ ਸਟੇਟਮੈਂਟ ਦੇ ਸਕਦਾ। ਸਿਰਫ ਇੰਨਾ ਜ਼ਰੂਰ ਕਹਿ ਸਕਦਾ ਜੀ, ਮੇਰੀ ਔਰ ਮੇਰੀ ਟੀਮ ਦੀ ਲੜਾਈ ਕਿਹੜੀ ਵਿਕਾਸ ਦੇ ਮੁੱਦੇ 'ਤੇ ਲੜਾਈ ਹੋਊਗੀ। ਰਹਿ ਗਈ ਗੱਲ ਕਰਪਸ਼ਨ ਦੀ ਜੀ, ਦੇਖੋ ਜੋ ਕਰਨਗੇ ਸੋ ਭਰਨਗੇ।
ਇਹ ਦੁਨੀਆ ਕਿਹੜੀ ਹੈ ਨਾ ਜੀ, ਵਿਸ਼ਵਾਸ ਤੇ ਰਹਿੰਦੀ ਹੈ। ਔਰ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਵਫਾਦਾਰੀ ਨਾਲ ਕੰਮ ਕਰਦੇ ਹੋ, ਉਹ ਪਰਮਾਤਮਾ ਵੀ ਆ ਕੇ ਕੰਮ ਕਰਾਉਂਦਾ ਹੈ। ਜਿੱਥੇ ਤੱਕ ਕਿਤੇ ਵੀ ਕਰਪਸ਼ਨ ਦੀ ਔਰ ਮਾੜੇ ਹਾਲਾਤਾਂ ਦੀ ਗੱਲ ਹੋਊਗੀ ਜੀ, ਮੈਨੂੰ ਨਿੱਜੀ ਤੌਰ ਤੇ ਪਰਮਾਤਮਾ ਵੱਲੋਂ ਬਹੁਤ ਕੁਝ ਦਿੱਤਾ ਜੀ। ਕੋਈ ਸੜਕ ਤੋਂ ਉੱਠ ਕੇ ਮੈਂ ਇਹ ਰਾਜਨੀਤੀ ਆਪਣੇ ਪਰਿਵਾਰਕ ਤੌਰ ਤੇ, ਆਪਣੇ ਸ਼ਹਿਰ ਤੌਰ ਤੇ ਕਰਦਾ ਜੀ। ਮੇਰਾ ਪੈਸ਼ਨ ਹੈ ਸੇਵਾ ਕਰਨਾ ਜੀ। ਕੋਈ ਮੈਂ ਇੱਕ ਕਾਰੋਬਾਰ ਨਹੀਂ ਸ਼ੁਰੂ ਕੀਤਾ ਕਿ ਮੈਂ ਕੋਈ ਰੁਪਈਏ ਕਮਾਉਣ ਲਈ ਰਾਜਨੀਤੀ 'ਚ ਆਇਆ ਜੀ। ਮੇਰੇ ਬਜ਼ੁਰਗ ਵੀ ਕਰਦੇ ਰਹੇ ਨੇ, ਮੈਂ ਵੀ ਹਾਂ, ਹੋ ਸਕਦਾ ਮੇਰੇ ਆਉਣ ਵਾਲੀਆਂ ਪੀੜ੍ਹੀਆਂ ਵੀ ਅਸੀਂ ਨਕੋਦਰ ਸ਼ਹਿਰ ਲਈ ਕੰਮ ਕਰੀਏ। ਮੈਂ ਤਾਂ ਸਿਰਫ ਔਰ ਸਿਰਫ ਇਹ ਕਹਿਣਾ ਚਾਹੁੰਦਾ, ਜੇ ਨਕੋਦਰ ਕਾਰਪੋਰੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ 'ਚ ਸਭ ਤੋਂ ਕਰਪਟ ਹੈ, ਫਿਰ ਉਸ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਹੀ ਕਾਂਗਰਸ ਗਵਰਨਮੈਂਟ ਲਈ ਇੱਥੋਂ ਪ੍ਰੈਜੈਂਟੇਸ਼ਨ ਭੇਜੀ ਆ ਕਿ ਇਹਨੂੰ ਸਟੇਟ ਅਵਾਰਡ ਦੇਣਾ ਚਾਹੀਦਾ ਇੱਥੇ ਦੇ ਪ੍ਰਧਾਨ ਨੂੰ ਕਿ ਇਦੋਂ ਵਧੀਆ ਕੰਮ ਕਿਤੇ ਨਹੀਂ ਕੀਤੇ। ਇਹ ਦੋ ਚੀਜ਼ਾਂ 'ਚ ਇੱਕ ਗਵਰਨਮੈਂਟ ਨਹੀਂ ਕਹਿ ਸਕਦੀ ਜੀ। ਜਾਂ ਤਾਂ ਮੇਰਾ ਇਹ ਨਾਮ ਨਾ ਭੇਜ ਦੇ ਇੱਥੋਂ, ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਮੇਰਾ ਨਾਮ ਗਿਆ ਜੀ ਕਿ ਇਹਨੂੰ ਸਟੇਟ ਅਵਾਰਡ ਲਈ ਅਸੀਂ ਸਨਮਾਨਿਤ ਕਰਨਾ ਆ। ਉਸ ਵੇਲੇ ਮੈਂ ਹੀ ਲਿਖ ਕੇ ਭੇਜਿਆ ਕਿ ਮੇਰਾ ਨਾਮ ਨਾ ਭੇਜਿਆ ਜਾਵੇ ਜੀ। ਇੱਕ ਪਾਸੇ ਆਪਾਂ ਕਰਪਸ਼ਨ ਕਹਿੰਦੇ ਆ, ਇੱਕ ਪਾਸੇ ਆਪਾਂ ਕਹਿੰਦੇ ਆ ਕਿ ਅਸੀਂ ਇਹ ਕਿਹੜੇ ਹੈਗਾ ਤੁਹਾਨੂੰ ਸਟੇਟ ਅਵਾਰਡ ਲਈ ਭੇਜਿਆ ਜਾਂਦਾ ਜੀ। ਰਹਿ ਗਏ ਵਿਕਾਸ ਦੇ ਮੁੱਦੇ ਤੇ ਜੀ, ਇਹ ਚੋਣ ਕਿਹੜੀ ਹੋਣੀ ਹੈ ਜੀ, ਵਿਕਾਸ ਦੇ ਮੁੱਦੇ ਤੇ ਹੋਣੀ। ਮੇਰੀ ਟੈਨਿਓਰ ਕਿਹੜੀ ਆ, ਟੈਨਿਓਰ ਸੀਗੀ ਜੀ, ਇਹ 10 ਮਾਰਚ ਨੂੰ ਖਤਮ ਹੋਈ ਆ ਕਿ 10 ਮਾਰਚ ਤੋਂ ਲੈ ਕੇ ਅੱਜ ਇਲੈਕਸ਼ਨ ਸਟਾਰਟ ਹੋ ਗਿਆ, ਅਸੀਂ ਅੱਜ ਕਰਪਸ਼ਨ ਕਹਿੰਦੇ ਆ ਜੀ। ਇੱਕ ਤੁਹਾਡੇ ਮਾਧਿਅਮ ਰਾਹੀਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹਨਾਂ ਜ਼ਰੂਰ ਦੱਸਣਾ ਚਾਹੁੰਦਾ ਜੀ, ਮੇਰੇ ਨਗਰ ਕੌਂਸਲ ਨਕੋਦਰ ਹੀ ਇੱਕ ਪੰਜਾਬ ਦੀ ਇਹੋ ਜੀ ਨਾ ਮਾਤਰ ਨਗਰ ਕੌਂਸਲ ਹੋਊਗੀ। ਹਰ ਕੌਂਸਲਰ ਦੀ ਸੈਟੀਸਫੈਕਸ਼ਨ ਰਿਪੋਰਟ ਲੈਣ ਤੋਂ ਬਾਅਦ ਹੀ ਅਦਾਇਗੀ ਕੀਤੀ ਗਈ ਆ ਜੀ। ਜਿਸ ਵੇਲੇ ਵਰਕ ਐਗਜ਼ੀਕਿਊਟ ਹੁੰਦਾ ਸੀ, ਟੈਂਡਰ ਖੁੱਲ੍ਹਦੇ ਸੀ, ਮੇਰੇ ਵੱਲੋਂ ਲਿਖਤੀ ਰੂਪ ਤੇ ਇੱਕ ਨੋਟਿੰਗ ਲਿਖੀ ਜਾਂਦੀ ਹੁੰਦੀ ਸੀ, ਕਿਸੇ ਵੀ ਏਰੀਏ ਦਾ ਕੰਮ ਉਸ ਵਾਰਡ ਦੇ ਕੌਂਸਲਰ ਕੋਲੋਂ ਸੈਟੀਸਫੈਕਸ਼ਨ ਰਿਪੋਰਟ ਲਈ ਜਾਵੇ ਕਿ ਇਹ ਤਸੱਲੀ ਬਖਸ਼ ਕੰਮ ਹੈ ਜਾਂ ਨਹੀਂ ਹੈ, ਔਰ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਵੀ ਹੋਵੇਗੀ ਫਿਕਸ ਕਰਕੇ। ਜੇਕਰ ਕਿਤੇ ਗਲਤ ਕੋਈ ਅਦਾਇਗੀ ਹੋ ਗਈ ਤਾਂ ਉਸ ਤੋਂ ਉਪਰੰਤ ਹੀ ਅਦਾਇਗੀ ਲਈ ਮੇਰੇ ਕੋਲ ਚੈੱਕ ਤੇ ਸਾਈਨ ਹੁੰਦੇ ਸੀ ਜੀ। ਕਿਤੇ ਤੁਸੀਂ ਪੰਜਾਬ 'ਚ ਜਾ ਕੇ ਕਿਸੇ ਕੌਂਸਲ ਦੇ ਵਿੱਚ ਜਾਓਗੇ ਨਾ ਜੀ, ਉੱਥੇ ਕੋਈ ਪ੍ਰਧਾਨ ਲਿਖ ਕੇ ਨਹੀਂ ਦਿੰਦਾ ਜੀ ਕਿ ਅਦਾਇਗੀ ਕਰਨ ਲੱਗੇ। ਇੱਕ ਨਕੋਦਰ ਕਮੇਟੀ, ਮੈਂ ਪੰਜਾਬ ਦੀ ਤੁਹਾਨੂੰ ਗੱਲ ਕਰਦਾ ਜੀ, ਕਿਤੇ ਕਮੇਟੀ 'ਚ ਜਾ ਕੇ ਚੱਲ ਜਾਓ, ਉਹ ਕੌਂਸਲਰ ਦੀ ਸੈਟੀਸਫੈਕਸ਼ਨ ਰਿਪੋਰਟ ਹੁੰਦੀ ਸੀ। ਮੌਜੂਦਾ ਸਰਕਾਰ ਦੇ ਵਿੱਚ ਮੇਰੀ ਇੱਕ ਦੋ ਟੈਨਿਓਰ ਸੀਗੀ, 2 ਕੌਂਸਲਰ ਸਾਹਿਬਾਨ ਕਾਂਗਰਸ ਦੀ ਟਿਕਟ ਤੋਂ ਹੀ ਜਿੱਤੇ ਸਨ ਜੀ, ਔਰ 4 ਅਕਾਲੀ ਦਲ ਦੇ ਸੀ ਕਿਹੜੇ ਕਾਂਗਰਸ 'ਚ ਸ਼ਾਮਲ ਹੋ ਗਏ। ਉਹ 6 ਕੌਂਸਲਰਾਂ ਨੇ ਵੀ ਸੈਟੀਸਫੈਕਸ਼ਨ ਰਿਪੋਰਟ ਦਿੱਤੀ ਤਾਂ ਉਸ ਤੋਂ ਬਾਅਦ ਅਦਾਇਗੀ ਹੁੰਦੀ ਸੀ। ਜਿੱਥੇ ਤੱਕ ਇਨਕੁਆਇਰੀ ਦੀ ਗੱਲ ਆ ਜੀ, ਬਿਲਕੁਲ ਮੈਂ ਇਸ ਗੱਲ ਨੂੰ ਹਮੇਸ਼ਾ ਸਵੀਕਾਰਦਾ ਜੀ। ਜਿਹਦੀ ਮੈਲਾਫਾਈਡ ਇੰਟੈਂਸ਼ਨ ਹੋ, ਜਿਸ ਨੇ ਕੋਈ ਕਰਮ ਮਾੜਾ ਕੀਤਾ ਹੋ, ਇਨਕੁਆਇਰੀ ਮੇਰੇ ਵੱਲੋਂ ਛੱਡ ਕੇ ਸਟੇਟ ਦੀ ਕਰਾਉਣ, ਮੇਰੇ ਵੱਲੋਂ ਛੱਡ ਕੇ CBI ਦੀ ਕਰਾਉਣ। ਬਿਲਕੁਲ ਇਨਕੁਆਇਰੀ 'ਚ ਜੇ ਕਿਸੇ ਦੀ ਵੀ ਕੋਈ ਗਲਤ ਪਾਇਆ ਜਾਂਦਾ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਉਹ ਕੋਈ ਅਫਸਰ ਹੋਵੇ। ਅਸੀਂ ਇਸ ਚੀਜ਼ ਦੀ ਪਰਵਾਹ ਨਹੀਂ ਕਰਦੇ ਕਿਹੜਾ ਕੰਮ ਕੀਤਾ, ਵਫਾਦਾਰੀ ਨਾਲ ਕੀਤਾ ਜੀ, ਆਪਣੇ ਸ਼ਹਿਰ ਲਈ ਕੀਤਾ ਔਰ ਕਰਦੇ ਰਹਾਂਗੇ, ਔਰ ਵਿਕਾਸ ਦੇ ਮੁੱਦੇ ਤੇ ਲੜਾਈ ਲੜਾਂਗੇ। ਦੇਖੋ, ਕਹਿਣਾ ਬੜਾ ਸੌਖਾ ਹੁੰਦਾ ਕਿ ਸਾਡੀਆਂ ਬੇਸਿਕ ਸਹੂਲਤਾਂ ਮੈਨੂੰ ਜੋ ਮਿਲਿਆ ਵਿਰਾਸਤ 'ਚ ਮਿਲਿਆ, ਮੇਰੀ ਟੀਮ ਨੂੰ ਜੋ ਮਿਲਿਆ ਵਿਰਾਸਤ 'ਚ ਮਿਲਿਆ। ਇਹਨਾਂ 5 ਸਾਲਾਂ ਦੇ ਵਿੱਚ ਉਹਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ, ਇਹ ਝੂਠ ਨਹੀਂ ਜੀ, ਅਸੀਂ ਜੇ ਐਜੂਕੇਸ਼ਨ ਦੀ ਗੱਲ ਕਰੀਏ, ਪ੍ਰਾਇਮਰੀ ਸਕੂਲਸ ਤੋਂ ਲੈ ਕੇ ਡਿਗਰੀ ਕਾਲਜ ਤੱਕ ਸਾਡੀ ਸਾਰੀ ਟੀਮ ਨੇ ਵਿਧਾਇਕ ਵਡਾਲਾ ਸਾਹਿਬ ਦੀ ਰਹਿਨਮਾਈ ਹੇਠ, ਪ੍ਰਾਇਮਰੀ ਸਕੂਲ ਸਬਜ਼ੀ ਮੰਡੀ ਹੈ ਜੀ, ਉਹਨੂੰ ਵਡਾਲਾ ਸਾਹਿਬ ਨੇ ਗ੍ਰਾਂਟ ਦਵਾਈ। ਉਦੋਂ ਬਿਲਡਿੰਗ ਦੀ ਕਿੱਥੇ ਕਿੱਥੇ ਜ਼ਰੂਰਤ ਸੀ, ਅਸੀਂ ਬਣਵਾ ਕੇ ਦਿੱਤੀ। ਪ੍ਰਾਇਮਰੀ ਸਕੂਲ ਆਪਣਾ ਬੱਲੀ ਚੌਧਰੀ ਸਕੂਲ ਆ ਜੀ, ਉਸ ਤੋਂ ਬਾਅਦ ਇਹ ਪ੍ਰਾਇਮਰੀ ਸਕੂਲ ਸੀ, ਮਿਡਲ ਸਕੂਲਸ, ਫਿਰ ਹਾਈ ਸਕੂਲ ਸੀ ਸਾਡਾ 10ਵੀਂ ਤੱਕ, DB ਸਕੂਲ ਕਿਹਾ ਜਾਂਦਾ ਸੀ, ਗਵਰਨਮੈਂਟ ਹਾਈ ਸਕੂਲ ਸੀ, ਉਹਨੂੰ 12ਵੀਂ ਤੱਕ ਕਰਵਾ ਕੇ ਬੱਚਿਆਂ ਨੂੰ ਸਮਰਪਿਤ ਕੀਤਾ। ਧੀਆਂ ਦਾ ਸਕੂਲ ਸੀ, ਉਹਨੂੰ ਨਵੀਂ ਬਿਲਡਿੰਗ ਇਮਾਰਤ ਬਣਾ ਕੇ ਦਿੱਤੀ। ITI ਇੱਥੇ ਬਿਲਡਿੰਗ ਸੀਗੀ ਜੀ, ਤਕਰੀਬਨ 3.25 ਕਰੋੜ ਰੁਪਈਆ ਲੱਗਾ ਉਸ ਵੇਲੇ ਗਵਰਨਮੈਂਟ ਦਾ ਜੀ। ਉਹ 3.25 ਕਰੋੜ ਦੇ ਵਿੱਚ ITI ਦੀ ਬਿਲਡਿੰਗ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਸਕਿੱਲ ਲੇਬਰ ਜਵਾਨੀ ਲਈ ਹੈ ਜੀ, ਐਜੂਕੇਸ਼ਨ ਇਹ ਬਣਵਾ ਕੇ ਦਿੱਤੀ। ਉਸ ਤੋਂ ਬਾਅਦ ਡਿਗਰੀ ਕਾਲਜ ਕਿਹੜਾ ਨਕੋਦਰ ਚੱਲਦਾ ਪਿਆ ਜੀ, ਇਹ ਬਣਾ ਕੇ ਤਿਆਰ ਕਰਕੇ ਚਾਲੂ ਕਰਕੇ ਲੋਕਾਂ ਨੂੰ, ਨਕੋਦਰ ਸ਼ਹਿਰ ਵਾਸੀਆਂ ਨੂੰ ਐਜੂਕੇਸ਼ਨ ਲਈ ਸਮਰਪਿਤ ਕੀਤਾ। ਜੇਕਰ ਸਵਾਸਥ ਦੀ ਗੱਲ ਕਰੀਏ
ਸਾਡੇ ਸ਼ਹਿਰ ਨੂੰ ਸਿਵਲ ਹਸਪੀਟਲ ਦੇ ਵਿੱਚ ਇਸ ਗਵਰਨਮੈਂਟ 'ਚ ਤਾਂ ਆ ਕੇ ਬੰਦ ਹੀ ਹੋਇਆ ਜੀ, ਚੱਲਿਆ ਕੁਛ ਨਹੀਂ। ਹਲਕਾ ਵਿਧਾਇਕ ਵਡਾਲਾ ਸਾਹਿਬ ਦੀ ਰਹਿਨਮਾਈ ਹੇਠ ਸਿਵਲ ਹਸਪੀਟਲ 'ਚ ਤੁਸੀਂ ਉਸ ਵੇਲੇ ਦੇਖਿਆ ਹੋਊਗਾ ਇੱਕ ਮੈਡੀਕਲ ਦੇ ਰਿਗਾਰਡਿੰਗ ਸੀਗੀ ਡਿਸਪੈਂਸਰੀ ਖੋਲ੍ਹਣੀ ਜੀ, ਉਹ ਖੋਲ੍ਹ ਕੇ ਦਿੱਤੀ। ਅਸੀਂ MCH ਮਦਰ ਐਂਡ ਚਾਈਲਡ ਕੇਅਰ ਸੈਂਟਰ ਕਿਹੜਾ ਜੀ 7 ਕਰੋੜ ਦੀ ਬਿਲਡਿੰਗ ਬੰਦ ਹੀ ਪਈ ਜੀ, ਅੱਜ ਵੀ ਬੰਦ ਹੀ ਪਈ ਆ। ਉਹ ਸਾਲ ਤੱਕ ਕੰਪਲੀਟ ਹੋ ਜਾਊਗਾ, ਲੋਕਾਂ ਨੂੰ ਸਮਰਪਿਤ ਹੋ ਜਾਊਗਾ ਜੀ। ਅਸੀਂ ਤਾਂ ਇੱਥੇ ਲਈ ਸਿਵਲ ਹਸਪੀਟਲ ਲਈ ਗਵਰਨਮੈਂਟ ਨੇ ਸਾਨੂੰ 100 ਬੈੱਡ ਦਾ ਹਸਪੀਟਲ ਲਈ ਵੀ ਯੈਸ ਕਰਤੀ ਸੀ ਉਸ ਵੇਲੇ। ਜਗ੍ਹਾ ਦੀ ਕਿੱਲਤ ਕਰਕੇ ਉਹ ਸਾਨੂੰ ਮਦਰ ਐਂਡ ਚਾਈਲਡ ਕੇਅਰ ਸੈਂਟਰ ਹੀ ਮਿਲ ਸਕਿਆ, ਨਹੀਂ ਤਾਂ ਅਸੀਂ 100 ਬੈੱਡ ਦਾ 50 ਬੈੱਡ ਟੂ 100 ਬੈੱਡ ਦਾ ਵੀ ਹਸਪੀਟਲ ਕਿਹੜਾ ਨਕੋਦਰ ਚ ਲਾਉਣ ਲੱਗੇ ਸੀ। ਔਰ ਹੈਲਥ ਤੋਂ ਉੱਪਰ ਆਪਾਂ ਕਦੋਂ ਚੱਲਦੇ ਹਾਂ ਬਿਜਲੀ ਸਿਸਟਮ ਅਪਗ੍ਰੇਡ ਦੀ, ਸਾਡੀ ਟਰਮ ਦੇ ਵਿੱਚ 100 ਤੋਂ ਉੱਪਰ ਅਸੀਂ ਟਰਾਂਸਫਾਰਮਰ ਨਕੋਦਰ ਚ ਰਖਾਇਆ ਜੀ। ਇੱਥੇ ਇਹ APDRP ਐਕਲਰੇਸ਼ਨ ਡਿਵੈਲਪਮੈਂਟ ਰਿਫਾਰਮਸ ਪ੍ਰੋਗਰਾਮ ਸੀ, ਜਿਹਦੇ ਵਿੱਚ ਮੀਟਰ ਵੀ ਬਾਹਰ ਕੱਢੇ ਜਾਣੇ ਸੀ ਔਰ ਤੁਹਾਡੇ ਟਰਾਂਸਫਾਰਮਰ ਵੀ। ਸਰਦੀਆਂ ਚੱਲਦੀਆਂ ਨੇ ਤਾਂ ਰੋਜ਼ ਰਾਤ ਨੂੰ ਪਟਾਕੇ ਗਰਮੀਆਂ 'ਚ ਪੈਂਦੇ ਹੁੰਦੇ ਸੀ ਜੀ, ਟਰਾਂਸਫਾਰਮਰ ਰੁੜ ਜਾਂਦੇ ਸੀ। ਤੁਸੀਂ ਇਹ ਪਿਛਲੇ 3 ਸਾਲਾਂ 'ਚ ਦੇਖਿਆ ਹੋਊਗਾ ਕਿ ਟਰਾਂਸਫਾਰਮਰ ਜਦੋਂ ਰੱਖੇ ਗਏ ਆ ਤਾਂ ਲੋਕਾਂ ਦੀ ਕਿਹੜੇ ਕੱਟ ਲੱਗਣੇ ਆ ਉਹ ਵੀ ਘਟ ਗਏ ਨੇ ਜੀ। ਫਿਰ ਅਸੀਂ ਗੱਲ ਕਰਦੇ ਹਾਂ ਜੀ, ਪੁਲੀਆਂ ਚੌੜੀਆਂ ਕਰਾ ਕੇ ਦਿੱਤੀਆਂ। ਜਲੰਧਰ ਰੋਡ ਤੋਂ ਤੁਸੀਂ ਐਂਟਰ ਕਰੋ ਔਰ ਕਪੂਰਥਲਾ ਰੋਡ ਤੋਂ ਦੇਖੋ, ਇਹ ਵਡਾਲਾ ਸਾਹਿਬ ਨੇ 4 ਕਰੋੜ ਦੇ ਨੇੜੇ ਤੇੜੇ ਵਾਈਂਡਿੰਗ ਕਰਨੀ ਸੀ ਔਰ ਪੁਲੀਆਂ ਚੌੜੀਆਂ ਕਰਨੀਆਂ ਸੀ, ਅਸੀਂ ਕਰਵਾ ਕੇ ਦਿੱਤੀਆਂ। ਨਹਿਰਾਂ ਪੱਕੀਆਂ ਕਰਵਾ ਕੇ ਦਿੱਤੀਆਂ। 60 ਸਾਲਾਂ ਦਾ ਨਕੋਦਰ ਸ਼ਹਿਰ ਦਾ ਕਿਹੜਾ ਪਾਣੀ ਸੀ ਉਹ ਕਦੀ ਕਿਸੇ ਮੁਹੱਲੇ 'ਚ ਜਾਂਦਾ ਸੀ, ਕਦੀ ਕਿਤੇ। ਅਸੀਂ ਸੀਵਰੇਜ ਟਰੀਟਮੈਂਟ ਪਲਾਂਟ ਲਾਇਆ, 8.5 ਕਿਲੋਮੀਟਰ ਦੇ ਬਈ ਪਾਈਪਲਾਈਨ ਲਾ ਕੇ ਔਰ ਸੀਵਰੇਜ ਟਰੀਟਮੈਂਟ ਪਲਾਂਟ ਚਾਲੂ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ। ਆਸਾਨ ਨਹੀਂ ਕਿਸੇ ਤੇ ਕੀਤਾ, ਸਾਡੀਆਂ ਜ਼ਿੰਮੇਵਾਰੀਆਂ ਨੇ, ਨੈਤਿਕਤਾ ਦੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਇਸ ਸ਼ਹਿਰ 'ਚ ਜੰਮੇ ਆ, ਇੱਥੇ ਹੀ ਮਰਨਾ ਜੀ। ਅਸੀਂ ਆਪਣੇ ਸ਼ਹਿਰ ਵਾਸੀਆਂ ਦੇ ਜਵਾਬਦੇਹੀ ਹਾਂ। ਅਸੀਂ ਵਿਕਾਸ ਦੇ ਮੁੱਦੇ ਤੇ ਸਾਰੀ ਗੱਲ ਕਰਨਾ ਚਾਹੁੰਦੇ ਹਾਂ। ਇਹ ਵੀ ਗਵਰਨਮੈਂਟ ਰਹੀ ਆ, ਸਾਨੂੰ ਦੱਸੋ ਤਾਂ ਸਹੀ ਕਿ ਨਕੋਦਰ ਦੇ ਵਿੱਚ ਕੀਤਾ ਕੀ। ਲੋਕਾਂ ਨੇ ਇਸ ਟਾਈਮ ਜਵਾਬ ਮੰਗਣੇ ਆ। ਜਿਸ ਵੇਲੇ ਕੋਈ ਕਰਮ ਨਾ ਕੀਤਾ ਹੋਵੇ, ਇੱਕੋ ਇੱਕ ਗੱਲ ਹੁੰਦੀ ਆ ਜੀ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰਵਾਵਾਂਗੇ। ਅਸੀਂ ਨਹੀਂ ਡਰਦੇ ਜੀ ਕਿਸੇ ਇਨਵੈਸਟੀਗੇਸ਼ਨ ਤੋਂ। ਉਸ ਪਰਮਾਤਮਾ ਦਾ ਬਹੁਤ ਕੁਝ ਦਿੱਤਾ ਆ। ਅਸੀਂ ਤਾਂ 2 ਗੱਲਾਂ ਜਾਣਦੇ ਹਾਂ, ਮੈਂ ਮੇਰੀ ਟੀਮ ਹਲਕਾ ਵਿਧਾਇਕ ਵਡਾਲਾ ਸਾਹਿਬ ਦੀ ਰਹਿਨਮਾਈ ਹੇਠ ਜੋ ਕਰਮ ਕੀਤਾ, ਮੈਂ ਆਪਣੀ ਨਿੱਜੀ ਤੌਰ ਤੇ ਤੁਹਾਨੂੰ ਗੱਲ ਕਰਦਾ, ਇਮਾਨਦਾਰੀ ਨਾਲ ਕੀਤਾ। ਨਹੀਂ ਤਾਂ ਕਿੱਥੇ ਮਰਜ਼ੀ ਮੈਂ ਡਿਬੇਟ ਕਰਨ ਲਈ ਤਿਆਰ ਹਾਂ। ਇਹ ਸਟੇਡੀਅਮ ਦੀ ਗੱਲ ਕਰਦੇ ਸੀ, ਰੈਜ਼ੋਲੂਸ਼ਨ ਪਾਇਆ, ਰੈਜ਼ੋਲੂਸ਼ਨ ਨੂੰ ਦੇਖੋ 2.5 ਤੋਂ 3 ਮਹੀਨੇ ਲੱਗਦੇ ਨੇ। AS ਹਾਇਰ ਸੈਕੰਡਰੀ ਸਕੂਲ ਦੇ ਸਟੇਡੀਅਮ ਦਾ ਨੋ ਡਾਊਟ ਮੇਰੇ ਸਾਥੀ ਕਾਉਂਸਲਰ ਵੀ ਸਨ ਉਸ ਵੇਲੇ। ਅਸੀਂ ਇਹਨੂੰ ਰੈਜ਼ੋਲੂਸ਼ਨ ਨੂੰ ਪਾਸ ਕਰਵਾ ਕੇ ਉਸ ਤੋਂ ਬਾਅਦ ਇਹਦਾ ਟੈਂਡਰ ਫਲੋਟ ਕਰਦੇ ਹਾਂ ਕਿ 21 ਦਿਨ ਦਾ ਟੈਂਡਰ। ਉਹ ਟੈਂਡਰ ਫਲੋਟ ਕਰਤਾ, ਮਤਾ ਪਾਸ ਕਰਤਾ। ਅਸੀਂ ਉਸ ਤੋਂ ਬਾਅਦ 10 ਮਾਰਚ ਨੂੰ ਸਾਡੀ ਟੈਨਿਓਰ ਕਿਹੜੀ ਸੀਗੀ, ਇਹ ਟਰਮ ਸੀਗੀ, ਖਤਮ ਹੋ ਜਾਣੀ ਸੀ। ਉਸ ਤੋਂ ਪਹਿਲਾਂ ਟੈਂਡਰ ਖੋਲ੍ਹ ਕੇ ਆਏ ਹਾਂ। ਤਾਂ ਹੁਣ ਇਲੈਕਸ਼ਨਾਂ ਦੇ ਵਿੱਚ ਅਸੀਂ ਉਦਘਾਟਨ ਕਰਦੇ ਹਾਂ। ਹੁਣ ਤੁਸੀਂ ਮੇਰੇ ਤੋਂ ਪਹਿਲਾਂ ਸਵਾਲ ਪੁੱਛਿਆ ਕਿ ਪੰਜਾਬੀਅਤ ਜ਼ਰੂਰੀ ਹੈ ਕਿ ਇਲੈਕਸ਼ਨਸ। ਮੈਂ ਕਿਹਾ ਜੀ ਪੰਜਾਬੀ ਜੀਂਦੇ ਰਹਿਣਗੇ ਤਾਂ ਇਲੈਕਸ਼ਨਾਂ ਬਣਨਗੀਆਂ ਜੀ। ਇਲੈਕਸ਼ਨ ਕੋਈ ਵੱਡੀ ਚੀਜ਼ ਨਹੀਂ ਜੀ ਸਾਡੇ ਲਈ। ਸਾਨੂੰ ਪੰਜਾਬ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ, ਪੰਜਾਬੀਅਤ ਨੂੰ ਬਚਾਉਣ ਦੀ। ਇੱਥੇ ਤਾਂ ਉਦਘਾਟਨ ਕਰਨ ਡਿਆ, ਤੁਸੀਂ ਪੰਜਾਬੀਆਂ ਦੀ ਗੱਲ ਕਰਦੇ ਹੋ ਜੀ। ਅਸੀਂ ਤਾਂ ਇਲੈਕਸ਼ਨ ਜੇ ਗਵਰਨਮੈਂਟ ਕਵੇ ਨਾ ਜੀ ਇਲੈਕਸ਼ਨ ਵੀ ਛੱਡ ਦਈਏ ਜੇ ਪੰਜਾਬੀ ਬਚਦੇ ਹੋਣ। ਮੈਂ ਤੁਹਾਨੂੰ ਅੱਜ ਓਪਨਲੀ ਇਹ ਕਹਿਣਾ, ਪੰਜਾਬੀਆਂ ਲਈ ਕੋਈ ਗੱਲ ਬਣਦੀ ਹੋਵੇ, ਮੇਰਾ ਇਲੈਕਸ਼ਨ ਛੱਡਣਾ ਹੋਵੇ, ਮੈਂ ਇਲੈਕਸ਼ਨ ਛੱਡਣ ਲਈ ਤਿਆਰ ਹਾਂ ਜੀ। ਇਲੈਕਸ਼ਨ ਜ਼ਰੂਰੀ ਨਹੀਂ, ਮੇਰੀ ਪੰਜਾਬ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੀ। ਇਹਨਾਂ ਨੂੰ ਤਾਂ ਉਦਘਾਟਨ ਸਭ ਤੋਂ ਪਹਿਲਾਂ ਜ਼ਰੂਰੀ ਹੈ, ਜੇ ਪੰਜਾਬੀਅਤ ਦੀ ਤਾਂ ਗੱਲ ਹੀ ਛੱਡੀਏ ਜੀ। ਬਿਲਕੁਲ, ਕੈਪਟਨ ਸਾਹਿਬ ਹੁਣਾਂ ਨੇ ਅੱਜ ਤੱਕ ਜਦੋਂ ਦਾ ਅਨਾਉਂਸ ਕੀਤਾ ਸੀਗਾ ਮੋਬਾਈਲ ਫੋਨ ਵੰਡਣ ਦਾ, ਉਹ ਨਾ ਤਾਂ ਲਾਕਡਾਊਨ ਦੇ ਵਿੱਚ ਕੁਝ ਕੀਤਾ ਗਿਆ, ਨਾ ਹੀ ਕੁਝ ਹੋਰ। ਜਦੋਂ ਹੁਣ ਕਿਸਾਨ ਅੰਦੋਲਨ ਤਾਂ ਸ਼ੁਰੂ ਹੋ ਗਿਆ, ਤੇ ਇੱਧਰੋਂ ਜਾ ਕੇ ਸਕੂਲਾਂ ਦੇ ਵਿੱਚ ਸਮਾਰਟਫੋਨ ਵੀ ਵੰਡੇ ਜਾਣੇ ਸ਼ੁਰੂ ਹੋ ਗਏ, ਤੇ ਇੱਕ ਟਰੈਕਟਰ ਰੈਲੀਆਂ ਵੀ ਕੱਢੀਆਂ ਸ਼ੁਰੂ ਹੋ ਗਈਆਂ ਵੀ ਅਸੀਂ ਆਹ ਰੈਲੀ ਕੱਢੀ, ਅਸੀਂ ਆਹ ਚੀਜ਼ ਕੀਤੀ ਆ। ਬਟ ਮੇਨ ਚੀਜ਼ ਜੇ ਗੱਲ ਕਰੀਏ ਗਰਾਊਂਡ ਲੈਵਲ ਦੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਕਾਂਗਰਸ ਸਰਕਾਰ ਆ ਬਿਲਕੁਲ ਫੇਲ ਹੋਈ ਆ ਆਪਣੇ ਕੰਮਾਂ ਕਾਰਾਂ ਨੂੰ ਲੈ ਕੇ। ਦੇਖੋ ਜੀ, ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਕਾਂਗਰਸ ਗਵਰਨਮੈਂਟ ਕਿਸ ਵੇਲੇ ਆਈ ਹੈ ਜੀ। ਦੇਖੋ ਨਗਰ ਕੌਂਸਲ 'ਚ ਇਹਨਾਂ ਦੇ ਕਈ ਲੀਡਰਸ ਕਹਿੰਦੇ ਜੀ 3 ਸਾਲ ਦੇਖੋ ਅਕਾਲੀ ਦਲ ਦੇ ਇੱਥੇ ਨਕੋਦਰ 'ਚ ਰਹੇ ਆ। ਇਹਨਾਂ 5 ਸਾਲਾਂ 'ਚ ਮੈਨੂੰ ਇਹ ਤਾਂ ਦੱਸ ਦਿਓ ਮੈਂ ਕਿਹੜੇ ਕਾਂਗਰਸੀਏ 'ਤੇ ਮੁਕੱਦਮਾ ਦਰਜ ਕਰਾਇਆ ਜੀ। ਮੂਹਰੇ ਆ ਕੇ ਖੜਾ ਹੋਇਆ ਮੇਰੇ ਲਈ। ਦੇਖੋ ਕਿਸ ਵੇਲੇ ਸਾਨੂੰ ਪਾਰਟੀਆਂ ਚੁਣਦੀਆਂ ਨੇ, ਉਸ ਵੇਲੇ ਅਸੀਂ ਪਾਰਟੀਆਂ ਦੇ ਹੁੰਦੇ ਹਾਂ। ਜਿਸ ਵੇਲੇ ਕਿਸੇ ਚੇਅਰ 'ਤੇ ਬੈਠ ਜਾਂਦੇ ਹਾਂ, ਅਸੀਂ ਹਰ ਸ਼ਹਿਰ ਵਾਸੀ ਦੇ ਜਵਾਬਦੇਹੀ ਹੁੰਦੇ ਹਾਂ। ਉਸ ਵਕਤ ਮੈਂ ਇਹ ਨਹੀਂ ਦੇਖਿਆ ਕਿ ਉਹ ਕਾਂਗਰਸੀ ਆ, ਉਹ ਅਕਾਲੀ ਦਲ ਦਾ, ਉਹ BJP ਦਾ। ਮੇਰੇ ਲਈ ਹਰ ਸ਼ਹਿਰ ਦਾ ਨਾਗਰਿਕ ਮੇਰੇ ਸਿਰ ਮੱਥੇ ਤੇ ਮੇਰੇ ਸਿਰ ਦਾ ਸਰਤਾਜ ਸੀ। ਅੱਜ ਦੇ ਹਾਲਾਤ ਤੁਸੀਂ ਜਾ ਕੇ ਦੇਖੋਗੇ ਸ਼ਹਿਰ ਦੇ ਵਿੱਚ, ਕਦੀ ਜ਼ਿੰਦਗੀ ਤੁਸੀਂ ਇਹ ਦੇਖਿਆ ਸੀ ਇੱਕ ਕੈਂਡੀਡੇਟ ਖੜੇ ਹੋਣੇ ਹੋਣ ਉਹ ਉਦਘਾਟਨ ਕਰਨ। ਅੱਜ ਨਕੋਦਰ ਦੇ ਵਿੱਚ ਮੈਂ ਉਦਘਾਟਨ ਕਰਨੇ ਹੁੰਦੇ ਨਾ ਜੀ, ਰੋਜ਼ ਦੇ 2 ਤੋਂ 5 ਕਰਦਾ ਜੀ। ਇਹ ਮੇਰਾ ਸ਼ਹਿਰ ਹੈ ਜੀ, ਮੈਂ ਆਪਣੇ ਲੋਕਾਂ ਨੂੰ ਦੱਸਣ ਜਾਵਾਂ ਕਿ ਮੈਂ ਉਦਘਾਟਨ ਕਰ ਰਿਹਾ, ਬਣਦਾ ਨਹੀਂ ਜੀ।
ਅੱਜ ਪੰਜਾਬੀਅਤ ਖਤਰੇ ਤੇ ਆ ਔਰ ਇਹਨਾਂ ਨੂੰ ਉਦਘਾਟਨ ਦਿਖਦੇ ਨੇ। ਇਹ ਆਪਾਂ ਹੀ ਸਮਝ ਸਕਦੇ ਹਾਂ ਕਿ ਸਾਡੀ ਕਿਸਾਨੀ ਲਈ ਔਰ ਸਾਡੇ ਪੰਜਾਬੀਆਂ ਲਈ ਕਿੰਨੇ ਕੁ ਵਫਾਦਾਰ ਨੇ। ਇਹ ਚੀਜ਼ਾਂ ਕਿਹੜੀਆਂ ਮੈਨੇ ਨਹੀਂ ਰੱਖਦੀਆਂ ਜੀ। ਫਿਰ ਉਸੇ ਗੱਲ ਤੇ ਆ ਗਿਆ ਜੀ ਕਿ ਪੰਜਾਬੀਅਤ ਜ਼ਰੂਰੀ ਹੈ, ਹਰ ਚੀਜ਼ ਬਾਅਦ ਦੇ ਵਿੱਚ ਆ ਜੀ। ਅਸੀਂ ਪੰਜਾਬੀ ਪਹਿਲਾਂ ਆ, ਅਸੀਂ ਆਪਣੇ ਪੰਜਾਬ ਨਾਲ ਖੜ੍ਹੇ ਆ, ਅਸੀਂ ਆਪਣੀ ਕਿਸਾਨੀ ਨਾਲ ਖੜ੍ਹੇ ਆ ਜੀ। ਜੇ ਅਸੀਂ ਜੀਂਦੇ ਰਵਾਂਗੇ, ਸਾਡੀ ਕਿਸਾਨੀ ਜੀਂਦੀ ਰਹੂਗੀ ਤਾਂ ਆਹ ਜੈਕਟਾਂ ਆਉਣੀਆਂ ਜੀ। ਜੇ ਸਾਡੀ ਕਿਸਾਨੀ ਖਤਮ ਹੋ ਗਈ ਤਾਂ ਸਾਨੂੰ ਕੁਝ ਨਹੀਂ ਲੱਭਣਾ ਜੀ। ਸਿਆਸਤ ਲੋਕਾਂ ਦੇ ਨਾਲ ਰਹਿ ਕੇ ਹੀ ਸਿਆਸਤ ਦੇ ਵਿੱਚ ਅਸੀਂ ਚੁਣੇ ਜਾਣਾ ਜੀ। ਜੇ ਲੋਕ ਔਰ ਜਵਾਨੀ ਸਾਡੀ ਪੰਜਾਬ ਦੀ ਖਤਮ ਹੋ ਜੂਗਾ, ਅਸੀਂ ਸਿਆਸਤ ਕਿਹੜੀ ਕਰਨੀ ਆ ਜੀ। ਲੋਕਾਂ ਦੀ ਭਲਾਈ ਨੂੰ ਹੀ ਇੱਕ ਸਿਆਸਤ ਕਿਹਾ ਜਾਂਦਾ। ਉਹ ਕਿਸਾਨ ਵੀਰ ਉਹ ਬਾਰਡਰਾਂ ਤੇ ਬੈਠ ਕੇ ਜੀ, ਜਿਹਦੇ ਕੋਲ ਨਾ ਜੀ ਇੱਥੇ ਬੈਂਜ਼ ਕਾਰਾਂ ਤੋਂ ਲੈ ਕੇ 5-5 ਕਰੋੜ ਦੀਆਂ ਗੱਡੀਆਂ ਨੇ ਜੀ, ਉੱਥੇ ਫੜੀਆਂ ਤੇ ਸੌਂਦੇ ਪਏ ਏਡੀ ਠੰਡ 'ਚ ਜੀ। ਠੀਕ ਆ ਜੀ। ਇਹ ਸ਼ਾਇਦ ਸੈਂਟਰ ਗਵਰਨਮੈਂਟ ਨੂੰ ਹਲੇ ਨਹੀਂ ਪਤਾ ਕਿ ਇਹ ਪੰਜਾਬੀ ਕਿਹੜੇ ਹੈਗੇ ਆ, ਇਹ ਸੜਕ ਛਾਪ ਨਹੀਂ। ਪੰਜਾਬੀਆਂ ਦੀ ਤਾਂ ਉਹ ਕਹਾਵਤ ਵਾ ਕਿ ਅਸੀਂ ਤਾਂ ਇੱਕ ਗੱਡੇ ਦੇ ਨਾਲ ਮਰਸੀਡੀਜ਼ ਬੰਨ੍ਹ ਕੇ ਲੈ ਜਾਈਦੀ ਆ ਜੀ। ਅਸੀਂ ਪੰਜਾਬੀ ਹੁੰਦੇ ਆ ਜੀ। ਔਰ ਐਡੀ ਜ਼ਰੂਰ ਬਦਕਿਸਮਤੀ ਦੀ ਗੱਲ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਇਹ ਹਾਲਾਤ ਹੋ ਰਹੇ ਨੇ। ਡੇਲੀ ਉਹ ਉਦਘਾਟਨ ਕੀਤੇ ਜਾ ਰਹੇ ਨੇ ਜਿਹੜੇ ਅਸੀਂ ਪਾਸ ਕਰਕੇ ਟੈਂਡਰ ਦੇ ਕੇ ਆਏ ਜੀ। ਨਵਾਂ ਕੰਮ ਕੋਈ ਨਹੀਂ ਜੀ। ਨਵਾਂ ਹੋ ਸਕਦਾ ਥੋੜ੍ਹਾ ਬਹੁਤਾ ਇਹਨਾਂ ਨੇ ਕੰਮ ਕਰਾਇਆ ਹੋਵੇ, ਪਰ ਉਸ ਚੀਜ਼ ਦਾ ਇੱਕ ਇਲੈਕਸ਼ਨ ਕ੍ਰੈਡਿਟ ਤਾਂ ਮੈਂ ਲੋਕਾਂ ਨੂੰ ਇਹ ਕਿਹਾ ਜੀ, ਮੇਰੇ ਨਿੱਜੀ ਤੌਰ 'ਤੇ ਵੀ ਕੋਈ ਕੰਮ ਕੀਤੇ ਆ ਉਹ ਇਲੈਕਸ਼ਨ ਨਾਲ ਸੰਬੰਧ ਨਹੀਂ ਕੋਈ ਰੱਖਦੇ। ਮੇਰੇ ਸ਼ਹਿਰ ਔਰ ਮੇਰਾ ਪੈਸ਼ਨ ਆ। ਹੁਣ ਇਹਨਾਂ ਨੂੰ ਮੈਂ ਕਹਾਂ ਕਿ 43 ਕਰੋੜ ਦਾ ਪ੍ਰੋਜੈਕਟ ਲਿਆ ਕੇ ਨਕੋਦਰ ਸ਼ਹਿਰ ਨੂੰ ਸਮਰਪਿਤ ਕੀਤਾ ਜੀ, ਤੁਸੀਂ ਮੈਨੂੰ ਉਹਦੇ ਲਈ ਵੋਟਾਂ ਦੇ ਦਿਓ। ਉਹ ਮੇਰਾ ਫਰਜ਼ ਹੈ ਜੀ, ਮੇਰਾ ਸ਼ਹਿਰ ਹੈ, ਜੰਮਿਆ ਵੀ ਮੈਨੂੰ ਅੱਜ ਵੱਡਾ ਹੋਇਆ ਇਸ ਸ਼ਹਿਰ ਦਾ ਦੇਣਦਾਰ ਆ ਮੈਂ। ਮੇਰਾ ਪਰਿਵਾਰ ਵੀ ਸੀ। ਅਸੀਂ ਤਾਂ ਇਹ ਕਹਿੰਦੇ ਆ ਕਿ ਮੌਤ ਵੀ ਹੁੰਦੀ ਹੈ ਤੇ ਇਸ ਸ਼ਹਿਰ ਦੇ ਵਿੱਚ ਹੋਣੀ ਹੈ ਜੀ। ਅਸੀਂ ਇਹਦੇ ਨਾਲ ਗੱਦਾਰੀ ਨਹੀਂ ਕਰ ਸਕਦੇ। ਅਸੀਂ ਕੋਈ ਤੋਂ ਬਾਹਰੋਂ ਉੱਠ ਕੇ ਇਲੈਕਸ਼ਨ ਨਹੀਂ ਲੜਨ ਆਏ। ਏਸੀ ਸ਼ਹਿਰ ਦੇ ਵਿੱਚ ਇਲੈਕਸ਼ਨਾਂ ਲੜਨੀਆਂ, ਏਸੀ ਸ਼ਹਿਰ ਨੇ ਸਾਨੂੰ ਫਰਮਾਨ ਦੇਣਾ ਹੈ। ਹੋ ਸਕਦਾ ਕਿਤੇ ਗਲਤੀ ਹੋਈ ਹੋਵੇ, ਉਹ ਵੀ ਸਬਕ ਸਾਡੇ ਸ਼ਹਿਰ ਵਾਲਿਆਂ ਨੇ ਸਿਖਾਉਣਾ। ਅਸੀਂ ਆਪਣੀ ਲੜਾਈ ਆਪਣੇ ਸ਼ਹਿਰ ਤੱਕ ਤਾਂ ਸੀਮਿਤ ਰੱਖ ਲਵਾਂਗੇ। ਅੱਜ ਦੇ ਹਾਲਾਤ ਤੁਸੀਂ ਜਾ ਕੇ ਦੇਖੋਗੇ, ਹਰ ਗੱਲ 'ਚ ਅਸੀਂ ਉਦਘਾਟਨ ਹੀ ਕਰੀ ਜਾਂਦੇ ਆ। ਸਵਾਦ ਤਾਂ ਆਉਂਦਾ ਜੀ ਉਦਘਾਟਨ ਹੱਥੀਂ ਕੰਮ ਕਰਕੇ ਕੀਤਾ ਹੋਵੇ ਜੀ। ਉਹ ਤਾਂ ਕੰਮਾਂ ਦੀ ਮੈਂ ਲਿਸਟ ਵੀ ਦਿੱਤੀ ਜੀ ਲੋਕਾਂ ਨੂੰ ਕਿ ਤੁਸੀਂ ਦੇਖਿਓ ਸਿਗਨੇਚਰ ਮੇਰੇ ਆ ਔਰ ਉਦਘਾਟਨ ਇਹਨਾਂ ਦੇ ਆ। ਇਹ ਦੋ ਚੀਜ਼ਾਂ ਕਿੱਦਾਂ ਕਬੂਲ ਕਰ ਲਵਾਂ ਜੀ? ਇਹ ਵਾਜਬ ਨਹੀਂ ਬਣਦੀ ਗੱਲ। ਜੈਟਿੰਗ ਮਸ਼ੀਨ ਸੀ, ਬੜੀ ਤੁਹਾਨੂੰ ਹਾਸੇ ਦੀ ਗੱਲ ਦੱਸਦਾ ਜੀ। ਜੈਟਿੰਗ ਮਸ਼ੀਨ ਪਰਚੇਜ਼ ਕਰਨੀ ਸੀ ਤਾਂ ਉਹਦੇ ਵਾਸਤੇ ਦੇਖੋ ਸਮਾਂ ਉਨਾ ਹੀ ਹੁੰਦਾ ਹੈ ਜੀ ਕਿ ਇਹ ਨਹੀਂ ਹੁੰਦਾ ਕਿ ਅਸੀਂ ਇੱਕ ਦਿਨ 'ਚ ਇੱਕ ਹੀ ਕੰਮ ਕਰੀਏ। 100 ਤਰ੍ਹਾਂ ਦਾ ਕੰਮ ਹੁੰਦਾ ਹੈ। ਜੈਟਿੰਗ ਮਸ਼ੀਨ ਲਈ ਅਸੀਂ ਰੈਜ਼ੋਲੂਸ਼ਨ ਮਿਊਨਿਸਪੈਲਿਟੀ ਹਾਊਸ ਵੱਲੋਂ ਪਾਇਆ ਗਿਆ। ਪਾਸ ਕਰਨ ਤੋਂ ਬਾਅਦ ਉਹਨੂੰ ਵੈਟ ਕਰਾਉਣ ਲਈ ਮੈਂ ਸਰਕਾਰ ਕੋਲੋਂ ਮਨਜ਼ੂਰੀ ਲਈ ਆਪ ਗਿਆ ਜੀ। ਮੈਂ ਮਿਊਨਿਸਪੈਲਿਟੀ ਦੇ ਕੋਈ ਕੰਮਾਂ 'ਚ ਜਾ ਕੇ ਨਗਰ ਕੌਂਸਲ ਦਾ ਤੇਲ ਨਹੀਂ ਪਵਾਉਂਦਾ ਸੀ ਜੀ ਕਿ ਨਗਰ ਕੌਂਸਲ ਦੀ ਆਪਣੀ ਗੱਡੀ ਹੋਵੇ ਤਾਂ ਤੇਲ ਪਵਾ ਕੇ ਮੈਂ ਚੰਡੀਗੜ੍ਹ ਤੁਰਿਆ ਰਵਾਂ। ਅਤੇ ਚੰਡੀਗੜ੍ਹ ਜਾ ਕੇ ਸਰਕਾਰ ਕਿਹੜੇ ਐਡਮਿਨਿਸਟ੍ਰੇਟਿਵ ਬੋਡੀ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੇ ਇੱਥੇ ਸੀਵਰ ਬੜਾ ਜਾਮ ਰਹਿੰਦਾ ਹੈ ਕਿ ਮੈਨੂੰ ਗੱਡੀ ਦੀ ਜ਼ਰੂਰਤ ਹੈ, ਮੈਨੂੰ ਉਹਦੀ ਪ੍ਰਵਾਨਗੀ ਦੇ ਦਿਓ। ਮੈਨੂੰ ਪੈਸੇ ਨਹੀਂ ਚਾਹੀਦੇ, ਪੈਸੇ ਸਾਡੇ ਕੋਲ ਅਵੇਲੇਬਲ ਨੇ। ਉਹਨਾਂ ਕੋਲ ਅਪਰੂਵਲ ਲੈਣ ਤੋਂ ਬਾਅਦ ਮੈਂ 2 ਵਾਰੀ ਟੈਂਡਰਸ ਲਾਏ। 2 ਕੰਪਨੀਆਂ ਆਈਆਂ। ਮਿਨੀਮਮ 3 ਏਜੰਸੀਆਂ ਭਰ ਸਕਦੀਆਂ ਹੁੰਦੀਆਂ ਜੀ। 3rd ਟਾਈਮ ਸਿੰਗਲ ਵੀ ਅਸੈਪਟੇਬਲ ਆ ਜੀ। ਤੀਸਰਾ ਕਿਦਨ ਮੈਂ ਟੈਂਡਰ ਲਾਣਾ ਸੀਗਾ, ਸਾਡੀ ਟੈਨਿਓਰ ਖਤਮ ਹੋ ਗਈ। ਮੈਂ SDM ਸਾਹਿਬ ਨੂੰ ਰਿਕੁਐਸਟ ਕੀਤੀ ਜਾ ਕੇ ਆਪ ਪਰਸਨਲੀ। ਮੈਂ ਕਿਹਾ ਸਰ ਮੇਰੇ ਕੋਲ 50 ਲੱਖ ਰੁਪਇਆ ਨਗਰ ਕੌਂਸਲ 'ਚ ਪਿਆ ਸੀ, ਉਹਨੂੰ ਮੈਂ ਬਾਉਂਡ ਕਰਕੇ ਆਇਆ। ਕੋਈ ਨਗਰ ਕੌਂਸਲ ਦਾ ਅਧਿਕਾਰੀ ਉਹ ਪੈਸਾ 50 ਲੱਖ ਨੂੰ ਕਦੇ ਯੂਜ਼ ਨਹੀਂ ਕਰ ਸਕਦਾ। ਉਹ ਇਕੱਲਾ ਜੈਟਿੰਗ ਮਸ਼ੀਨ ਲਈ ਆ, ਉਹ ਅੱਜ ਵੀ ਨਹੀਂ ਕਰ ਸਕਦੇ। ਉਹ ਮੇਰੇ ਕੋਲ ਅਵੇਲੇਬਲ ਆ। ਉਹਦੇ ਲਈ ਤੁਸੀਂ ਟੈਂਡਰ ਫਲੋਟ ਕਰ ਦਿਓ, ਏਜੰਸੀ ਕੋਈ ਕੰਮ ਕਰ ਲਵੇਗੀ। ਮੈਂ ਥੈਂਕਸ ਕਰਦਾ ਸਬ ਡਿਵੀਜ਼ਨਲ ਮੈਜਿਸਟ੍ਰੇਟ ਦਾ। ਇਹਨਾਂ ਨੇ ਉਦੋਂ ਹੀ ਟੈਂਡਰ ਫਲੋਟ ਕਰਤਾ। ਟੈਂਡਰ ਫਲੋਟ ਕਰਨ ਤੋਂ ਬਾਅਦ ਕਿਸੇ ਏਜੰਸੀ ਨੇ ਭਰਤਾ। ਉਹ ਮੇਰੇ ਖਿਆਲ ਨਾਲ 15 ਦਿਨਾਂ 'ਚ ਆ ਵੀ ਜਾਣੀ ਆ ਜੀ 50 ਲੱਖ ਦੀ। ਤੁਸੀਂ ਦੇਖਿਓ ਇਹਨਾਂ ਨੇ ਫਿਰ ਉਹਦਾ ਉਦਘਾਟਨ ਕਰਨਾ ਜੀ। ਇਹਨਾਂ ਨੇ ਉਦਘਾਟਨ ਕਰਨਾ, ਉਦਘਾਟਨ ਕਰਕੇ ਕਹਿਣਾ ਦੇਖੋ ਜੀ ਤੁਹਾਡੇ ਸ਼ਹਿਰ ਨੂੰ ਦੇਣ ਦੇ ਚੱਲੇ ਆ, ਜਦ ਕਿ ਉਹਦੇ ਵਿੱਚ ਇਹਨਾਂ ਦੀਆਂ ਕੋਈ ਐਫਰਟਸ ਨਹੀਂ। 50 ਲੱਖ ਬਾਉਂਡ ਕਰਕੇ ਆਇਆ, ਉਹਨੂੰ ਛੇੜ ਨਹੀਂ ਸਕਦੇ। ਟੈਂਡਰ ਫਲੋਟ ਕਰਕੇ ਆਇਆ, ਏਜੰਸੀ ਨੇ ਆ ਕੇ ਕੰਮ ਦੇ ਕੇ ਇੱਕ ਜਰਨਲ ਕੰਮ ਆ ਜੀ ਜੈਟਿੰਗ ਮਸ਼ੀਨ ਦਾ। ਔਰ ਦੇਖਿਓ ਤੁਸੀਂ 15 ਦਿਨਾਂ 'ਚ ਤੁਸੀਂ ਆਹ ਦੇਖੋ ਜੀ ਅਸੀਂ ਨਕੋਦਰ ਨੂੰ ਦੇਣ ਦੇ ਚੱਲੇ। ਇੱਦਾਂ ਹੀ ਮੇਰੇ ਨਾਲ ਸਟੇਡੀਅਮ 'ਚ ਹੋਈ ਜੀ। ਉਹ ਸ਼ਹਿਰ ਦੀਆਂ ਚੀਜ਼ਾਂ ਬਣਾ ਦਈਏ ਉਦਘਾਟਨਾਂ 'ਤੇ ਲੋਕ ਯਕੀਨ ਨਹੀਂ ਕਰਦੇ। ਇਹ ਇਲੈਕਸ਼ਨਾਂ ਵੀ ਆ ਗਈਆਂ, ਅਗਲੀਆਂ ਵੀ ਆ ਜਾਣੀਆਂ ਜੀ। ਮੈਂ ਸਿਰਫ ਇਹ ਚਾਹੁੰਦਾ ਕਿ ਮੈਂ ਇਸ ਗੱਲ ਦੀ ਵੀ ਡਿਬੇਟ ਕਰਨ ਨੂੰ ਤਿਆਰ ਹਾਂ। ਮੈਨੂੰ ਵਿਕਾਸ ਦੇ ਮੁੱਦੇ 'ਤੇ ਦੱਸੋ। ਮੈਂ ਪੂਰਜੋਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ, ਅੱਜ ਦੇ ਹਾਲਾਤਾਂ 'ਚ ਸਿਰਫ ਇਹ ਪੁੱਛੋ ਕਿ ਇਹਨਾਂ ਦੀ ਗਵਰਨਮੈਂਟ 'ਚ ਇਹਨਾਂ ਨੇ ਕੰਮ ਕੀ ਕੀਤਾ ਜੀ।
ਇਹ ਤਾਂ ਹੋ ਨਹੀਂ ਸਕਦਾ ਕਿ ਪ੍ਰਧਾਨ ਮੈਂ ਹੋਵਾਂ ਕਿ ਸਰਕਾਰ ਕਹਿੰਦੀ ਹੋਵੇ ਮੈਂ ਇੰਨੀ ਗ੍ਰਾਂਟ ਭੇਜਣੀ ਆ ਤਾਂ ਮੈਂ ਕਹਾਂ ਜੀ ਮੈਂ ਲੈਣੀ ਨਹੀਂ। 20 ਐਫਰਟਸ ਕੀਤੀਆਂ ਹੋਣਗੀਆਂ ਜੀ, ਇਹਨਾਂ ਨੇ ਦੇਣ ਜ਼ਰੂਰ ਦਿੱਤੀ ਆ ਨਕੋਦਰ ਸ਼ਹਿਰ ਨੂੰ ਜੀ। ਸਾਡੇ ਇੱਕ TS1 ਰਿਕਾਰਡ ਹੁੰਦਾ ਜੀ ਨਗਰ ਕੌਂਸਲ ਲਾਲ ਲਕੀਰ ਦੀ ਅੰਦਰ ਵਾਲਾ ਜੀ। ਉਸ ਵੇਲੇ ਮੇਰੇ ਕੋਲ 3 ਵਾਰੀ ਪ੍ਰਪੋਜ਼ਲ ਆਈ ਇਹਨਾਂ ਦੀ ਕਿ ਉਹਨਾਂ ਦੇ ਰੇਟ ਵਧਾ ਦਿੱਤੇ ਜਾਣ। ਮੈਂ ਇਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਐਗਜ਼ੀਕਿਊਟਿਵ ਬੋਡੀ ਨੂੰ ਕਿਹਾ, ਮੇਰੇ ਐਕਸੀਅਨਸ ਨੇ, SC ਨੇ, EO ਨੇ, ਮੈਂ ਕਿਹਾ ਜੀ ਦੇਖੋ ਸਭ ਤੋਂ ਪਹਿਲਾਂ ਲੋਕਤੰਤਰ ਵਾ, ਲੋਕਤੰਤਰ ਦੇ ਵਿੱਚ ਲੋਕ ਉਸ ਨੁਮਾਇੰਦੇ ਨੂੰ ਚੁਣ ਕੇ ਭੇਜਦੇ ਕਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਣ ਜੀ। ਇਹ ਕੰਮਾਂ 'ਚ ਬੈਨੀਫਿਟ ਲਾਸਿਸ ਨਹੀਂ ਹੁੰਦੇ ਜੀ, ਇਹਦੇ ਵਿੱਚ ਲੋਕ ਦੇਖੀਦੇ ਕਿ ਲੋਕ ਸਰਲ ਚੀਜ਼ ਲੈ ਲੈਣ, ਸੌਖੀ ਲੈ ਲੈਣ। ਉੱਥੇ TS1 ਦਾ ਸਾਡਾ 100 ਰੁਪਇਆ ਹੁੰਦਾ ਸੀਗਾ ਜੀ, ਅਸੀਂ ਵਧਣ ਨਹੀਂ ਦਿੱਤਾ ਜੀ। 100 ਰੁਪਇਆ ਫੀਸ ਆ ਸਰਕਾਰੀ, ਔਰ ਨੋ ਡਿਊ ਲੈਣਾ ਹੋਵੇ ਉਹਦੀ ਵੀ 100 ਰੁਪਇਆ ਫੀਸ ਆ। ਸਾਡੇ ਇੱਦਾਂ ਦੇ ਹਾਲਾਤ ਪੈਦਾ ਹੋ ਗਏ, ਜਿਸ ਦਿਨ ਮੇਰੀ ਟਰਮ ਖਤਮ ਹੁੰਦੀ ਆ ਇਹਨਾਂ ਨੇ TS1 ਦਾ 800 ਰੁਪਇਆ ਕਰਤਾ, ਨੋ ਡਿਊ ਦਾ 800 ਰੁਪਇਆ ਕਰਤਾ, 1600 ਰੁਪਇਆ ਕਰਤਾ। ਅਸੀਂ 200 ਰੁਪਏ ਚੀਜ਼ 1600 ਰੁਪਏ ਚ ਕਰ 1600 ਰੁਪਏ 2 ਕਾਗਜ਼ ਕਰਤੇ। ਜਿਹੜੀ ਆਮ ਰੋਜ਼ਮर्रा ਜੀ ਮਰਲੇ 2 ਮਰਲੇ ਦੇ ਹੈ ਨਾ ਜੀ, ਕਿਸੇ ਨੇ ਰਜਿਸਟਰੀ ਤੁਸੀਂ ਕਰਾਣੀ ਹੋਊਗੀ ਤੁਹਾਨੂੰ ਉਦੋਂ ਜਾ ਕੇ ਪਤਾ ਲੱਗੂਗਾ, ਜਿਹਦੀ ਫੀਸ ਸਾਡੀ ਟਰਮ 'ਚ 100 ਰੁਪਇਆ ਸੀ ਉਹਦੀ 800 ਹੋ ਗਈ ਆ। 2 ਨੇ ਨੋ ਡਿਊ ਔਰ ਉਹ 200 ਦਾ 1600 ਹੋ ਗਿਆ ਤਾਂ 1400 ਰੁਪਇਆ ਇਸ ਸਰਕਾਰ ਦੇ ਵਿੱਚ ਇਹਨਾਂ ਨੇ ਲੋਕਾਂ ਦੇ ਉੱਤੇ ਹੋਰ ਪਾਤਾ ਜੀ। ਤਾਂ ਤੁਸੀਂ ਹੋਰ ਐਕਸਪੈਕਟ ਕੀ ਕਰੋਗੇ ਜੀ? ਮੈਨੂੰ ਇੱਕ ਗੱਲ ਹੋਰ ਦੱਸੋ ਜਨਾਬ, ਪ੍ਰਧਾਨ ਜੀ, ਜਦੋਂ ਇਲੈਕਸ਼ਨ ਹੁੰਦੀਆਂ ਨੇ ਕਿਸੇ ਟਾਈਮ ਜਿਹੜੇ ਸਾਡੇ ਵੋਟਰ ਹੁੰਦੇ ਨੇ, ਵੋਟਰਾਂ ਨੂੰ ਭਰਮਾਇਆ ਜਾਂਦਾ ਹੈ। ਮੈਂ ਇੱਕ ਮਿੱਤਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਤੁਸੀਂ ਵੋਟਾਂ 'ਚ ਕਿਉਂ ਨਹੀਂ ਖੜਦੇ? ਕਹਿੰਦੇ ਜੀ ਮੈਨੂੰ ਲਗਭਗ 30-40 ਲੱਖ ਰੁਪਇਆ ਮੈਨੂੰ ਚਾਹੀਦਾ ਜੀ, ਮੈਂ ਵੋਟਾਂ 'ਚ ਖੜੇ ਹੋਣਾ। ਮੈਂ ਕਿਹਾ ਕਿਹੜੀ ਗੱਲੋਂ? ਵੀ ਤੁਸੀਂ ਕੰਮ ਨਹੀਂ ਕਰਦੇ ਜਾਂ ਕੀ ਗੱਲ ਤੁਸੀਂ ਰਿਸ਼ਵਤ ਦੇ ਕੇ ਵੋਟਾਂ ਲੈਣੀਆਂ ਨੇ? ਉਹ ਕਹਿੰਦੇ ਵੀ ਲੋਕਾਂ ਨੂੰ ਜਿੰਨਾ ਮਰਜ਼ੀ ਕੰਮ ਕਰਕੇ ਦਿਖਾ ਦਈਏ, ਪਰ ਲੋਕ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਭਰਮਾਂ ਦੇ ਵਿੱਚ ਆ ਜਾਂਦੇ ਨੇ। ਇਹ ਕੀ ਸੱਚ ਗੱਲ ਆ ਇਹ? ਦੇਖੋ ਜੀ, ਆਪਾਂ ਪੰਜਾਬੀ ਹਾਂ ਜੀ, ਪੰਜਾਬੀ ਭੋਲੇ ਹੁੰਦੇ ਨੇ। ਇੰਨਾ ਜ਼ਰੂਰ ਆ ਕਿ ਪੰਜਾਬੀ ਵਿਕਾਊ ਨਹੀਂ ਹੋਏ ਕਦੀ। ਪੰਜਾਬੀ ਭੋਲੇ ਆ। ਪੰਜਾਬੀਆਂ ਦੀ ਇੱਕ ਫਿਤਰਤ ਹੁੰਦੀ ਆ, ਸਾਨੂੰ ਪਿਆਰ ਨਾਲ ਕੋਈ ਹੱਥ ਲਾ ਲਵੇ ਨਾ ਜੀ, ਅਸੀਂ ਉਹਦੇ ਹੋ ਜਾਂਦੇ ਹਾਂ। ਪਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੰਨੀ ਜ਼ਰੂਰ ਅਪੀਲ ਕਰਦਾ ਜੀ, ਵਿਕਾਸ ਦੇ ਮੁੱਦੇ ਤੇ ਵੋਟ ਪਾਇਓ। ਜੇ ਇਹਨਾਂ ਨੇ ਕੋਈ ਕਰਮ ਕੀਤੇ ਨੇ ਤਾਂ ਬਿਲਕੁਲ ਕਾਂਗਰਸ ਪਾਰਟੀ ਦੇ ਕੌਂਸਲਰਸ ਨੂੰ ਵੋਟ ਪਾਇਓ। ਜੇ ਕੋਈ ਕਰਮ ਨਹੀਂ ਕੀਤਾ, ਦੇਖੋ ਮੈਂ ਤੁਹਾਡਾ ਜਵਾਬਦੇਹੀ ਅੱਜ ਵੀ ਹਾਂ। ਮੈਂ ਕੌਂਸਲਰ ਬਣਾ ਜਾਂ ਨਾ ਬਣਾ, ਮੈਂ ਨਕੋਦਰ ਸ਼ਹਿਰ ਦਾ ਹਰ ਵੇਲੇ ਜਵਾਬਦੇਹੀ ਰਹਿਣਾ, ਕਿਉਂਕਿ ਤੁਹਾਡਾ ਮੈਂ ਪੁੱਤ ਹਾਂ। ਪਰ ਇਹ ਨਾ ਦੇਖਿਓ ਕਿ ਅੱਜ ਦੀ ਤਰੀਕ 'ਚ ਨਾ ਜੀ ਪੁਰਾਣੀਆਂ ਸਾਡੀਆਂ ਸਟਰੀਟ ਲਾਈਟ ਟਿਊਬਸ ਲਾਈਆਂ ਹੋਈਆਂ ਆ। ਅਸੀਂ ਇੱਥੇ ਨਕੋਦਰ ਸ਼ਹਿਰ 'ਚ ਨਾ ਜੀ LED ਪ੍ਰੋਜੈਕਟ ਲੈ ਕੇ ਆਏ ਸੀ। 4500 ਦੇ ਲਗਭਗ ਲਾਈਟ ਸੀਗੀ, 1000 ਦੀ ਹੋਰ ਬੁੱਕ ਕਰਾਈ ਹੋਈ ਆ, ਉਹ ਵੀ ਆ ਜਾਣੀ ਆ ਜੀ। ਪੁਰਾਣੇ ਸੈੱਟਾਂ ਨੂੰ ਲਾ ਕੇ ਕੈਂਡੀਡੇਟਸ ਕਿਹੜੇ ਕਾਂਗਰਸ ਦੇ ਨਾ ਜੀ, ਉਹ ਆਪਣੇ ਬਨੇਰਿਆਂ ਤੇ ਲੋਕਾਂ ਦੇ ਟੰਗਣ ਡਏ ਆ। ਪਰ ਮੈਂ ਉਹਨਾਂ ਨੂੰ ਇੰਨੀ ਜ਼ਰੂਰ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਕੈਂਡੀਡੇਟ ਕਿਤੇ ਮਰਜ਼ੀ ਭਾਰੇ ਹੋ ਜਾਓ, ਲੋਕਾਂ ਨੂੰ ਵਡਾਲਾ ਸਾਹਿਬ ਦੀ ਛਵੀ ਬਾਰੇ ਵੀ ਪੂਰਾ ਪਤਾ ਕਿ ਉਹ ਕੰਮ ਕਰਨ ਲਈ ਤਿਆਰ ਰਹਿੰਦੇ ਨੇ 24 ਘੰਟੇ। ਉਹਨਾਂ ਦੀ ਟੀਮ ਬਾਰੇ ਵੀ ਪਤਾ ਹੈ ਜੀ। ਇਹ ਜ਼ਰੂਰ ਹੁੰਦਾ ਕਿ ਕਦੀ ਕਤਾਏ ਕਿਸੇ ਦੇ ਪਰਸਨਲੀ ਰਿਲੇਸ਼ਨ ਹੁੰਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਦੇ ਲੀਡਰ ਸਾਰੇ ਹੀ ਇੱਦਾਂ ਦੇ ਨੇ ਜੀ। ਮੇਰੇ ਨਾਲ ਵਰਕਿੰਗ 'ਚ ਰਹੇ ਨੇ ਜੀ 1-2 ਕਾਉਂਸਲਰ, ਉਹ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਕੰਮ ਕੀਤੇ ਨੇ ਜੀ। ਜੇ ਮੈਨੂੰ ਪਬਲਿਕਲੀ ਵੀ ਕਹਿਣਾ ਪੈ ਜਾਵੇ ਤਾਂ ਮੈਂ ਪਬਲਿਕਲੀ ਵੀ ਕਹਿ ਦੂੰਗਾ ਕਿ ਇਹ ਬੰਦੇ ਵਧੀਆ ਨੇ, ਇਹਨਾਂ ਨੇ ਵਧੀਆ ਸੁਚਾਰੂ ਢੰਗ ਨਾਲ ਕੰਮ ਕੀਤੇ। ਲੋਕ ਬਿਲਕੁਲ ਸ਼ਕਲ ਵਰਕਿੰਗ ਵੀ ਦਿਖਣੀ ਚਾਹੀਦੀ ਹੈ ਲੀਡਰ ਦੀ, ਪਰ ਸਿਰਫ ਇਹੀ ਨਹੀਂ ਦਿਖਣਾ ਚਾਹੀਦਾ ਕਿ ਜੀ ਮੈਂ ਨਗਰ ਕੌਂਸਲ ਜਿੱਤਣੀ ਹੈ ਜੀ। ਲੋਕ ਜਿੱਤੋ ਜੀ, ਨਗਰ ਕੌਂਸਲਾਂ ਦਾ ਕੀ ਹੈ ਜੀ, ਅੱਜ ਕੋਈ ਜਿੱਤ ਲਓ ਕੱਲ੍ਹ ਕੋਈ। ਲੋਕਾਂ ਦੇ ਦਿਲਾਂ 'ਚ ਵਸੋ, ਕੰਮ ਕਰੋ। ਚੋਣਾਂ 'ਚ ਆ ਕੇ ਆਪਾਂ ਬਹੁਤ ਵੱਡੀਆਂ ਗੱਲਾਂ ਕਰ ਦਿੰਦੇ ਜੀ। ਚੋਣਾਂ ਕੋਈ ਮਾਇਨੇ ਨਹੀਂ ਰੱਖਦੀਆਂ ਜੀ। ਸਭ ਤੋਂ ਮਾਇਨੇ ਇਹ ਰੱਖਦਾ ਕਿ ਲੋਕਾਂ ਲਈ ਕੰਮ ਕਰੋ ਔਰ ਲੋਕਾਂ ਦੇ ਵਿੱਚ ਉਹਨਾਂ ਨੂੰ ਇਹ ਸਾਬਤ ਕਰੋ ਕਿ ਅਸੀਂ ਤੁਹਾਡੇ ਹਾਂ। ਗਲਤੀਆਂ ਇਨਸਾਨ ਕੋ ਹੁੰਦੀਆਂ ਨੇ ਜੀ, ਚਾਹੇ ਪੋਲੀਟੀਸ਼ੀਅਨਸ ਹੋਣ। ਪੋਲੀਟੀਸ਼ੀਅਨਸ ਚੰਗੇ ਵੀ ਬਹੁਤ ਨੇ। ਇਹ ਹਿੰਦੁਸਤਾਨ ਇਹ ਨਹੀਂ ਕਿ ਪੋਲੀਟੀਸ਼ੀਅਨ ਦੇ ਨਾਲ ਹਰ ਕੋਈ ਪੋਲੀਟੀਸ਼ੀਅਨ ਮਾੜਾ ਹੈ ਜੀ। ਹਰ ਕੋਈ ਆਪਣੇ ਤਰੀਕੇ ਨਾਲ ਕੰਮ ਕਰਦਾ। ਔਰ ਮੈਂ ਸਿਰਫ ਔਰ ਸਿਰਫ ਇੰਨਾ ਹੀ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡੇ 'ਤੇ ਲੋਕਾਂ ਨੇ ਯਕੀਨ ਰੱਖਿਆ ਔਰ ਅਸੀਂ ਕਰਮ ਕਰਨ ਦੀ 50 ਸਾਲਾਂ 'ਚ ਤੁਹਾਨੂੰ ਮੈਂ 5 ਪ੍ਰੋਜੈਕਟ ਦੱਸੇ ਨੇ ਜਿਹੜੇ ਕੰਪਲੀਟ ਕੀਤੇ ਨੇ ਜੀ। ਆ ਦੱਖਣੀ ਗੇਟ ਵਾਲੀ ਸੜਕ ਦੀ ਗੱਲ ਕਰ ਲਈਏ ਜੀ, ਹਰ ਸਾਲ ਇਹ 20 ਤੋਂ 25 ਲੱਖ ਰੁਪਏ ਦਾ ਇੱਕ ਰੈਜ਼ੋਲੂਸ਼ਨ ਪਾਉਂਦੇ ਸੀਗੇ ਜੀ। ਸੜਕ ਬਣ ਗਈ, ਪਾਣੀ ਖੜਾ ਹੁੰਦਾ ਸੀ, ਟੁੱਟ ਗਈ। ਅੱਜ ਕੀ ਗੱਲ ਹੋ ਗਈ, 3 ਸਾਲ ਹੋ ਗਏ ਉਹ ਸੜਕ ਟੁੱਟੀ ਨਹੀਂ ਜੀ। ਅੱਜ ਬਚੀ ਆ ਜੀ। ਜਿੱਥੇ ਸੀਵਰੇਜ ਪੈ ਰਿਹਾ ਉੱਥੇ ਉਹ ਸੀਵਰੇਜ ਬੋਰਡ ਨੇ ਉਸ ਪ੍ਰੋਜੈਕਟ ਸੜਕਾਂ ਵੀ ਬਣਾ ਕੇ ਦੇਣੀਆਂ। ਚਾਹੇ ਤਾਂ ਕਮਲ ਹਸਪੀਟਲ ਤੋਂ ਆਪਾਂ ਮੁਰਾਦ ਸ਼ਾਹ ਰੋਡ ਤੋਂ ਅੱਗੇ ਚੱਲ ਜਾਈਏ, ਇਹ ਉਸ ਪ੍ਰੋਜੈਕਟ ਦਾ ਪਾਰਟ ਹੈ ਜੀ।
ਅਸੀਂ ਤਾਂ ਹਾਂ, ਇਹ ਵੀ ਗੱਲ ਜ਼ਰੂਰੀ ਕਰ ਲਈਏ ਕਿਉਂਕਿ ਕਈ ਵੇਲੇ ਦਰਸ਼ਕਾਂ ਨੂੰ ਉਹ ਇਹ ਬੜੀ ਦਿੱਕਤ ਆਉਂਦੀ ਆ ਉਹ ਰੋਡ ਬਣਨ ਦੀ। ਕਿੰਨੀ ਕੁ ਦੇਰ ਤੱਕ ਉਮੀਦ ਹੈ ਵੀ ਉਹ ਜਿਹੜੇ ਰੋਡ ਹੈਗਾ ਮੁਰਾਦ ਸ਼ਾਹ ਵਾਲਾ ਰੋਡ ਜਲਦੀ ਕੰਪਲੀਟ ਹੋ ਜਾਏਗਾ? ਉਹ ਦੇਖੋ ਜੀ, ਮੈਂ ਇਹਦੇ ਰਿਗਾਰਡਿੰਗ ਤੁਹਾਨੂੰ ਸਪਸ਼ਟ ਕਹਿਣਾ ਕਿ ਮੈਂ ਇਹਦੇ ਰਿਗਾਰਡਿੰਗ ਢੇਸੀ ਸਾਹਿਬ ਨੇ OSD ਟੂ CM ਸਾਹਿਬ ਜੀ ਉਹਨਾਂ ਨਾਲ ਵੀ ਗੱਲ ਕੀਤੀ ਸੀ। ਉਹ ਮੰਤਰੀ ਜੀ ਨੂੰ ਵੀ ਮਿਲੇ। ਉਹਨਾਂ ਨੇ ਕਿਹਾ ਦੇਖੋ ਸਾਡੇ ਸ਼ਰਧਾਲੂ ਬਹੁਤ ਬਾਬਾ ਮੁਰਾਦ ਸ਼ਾਹ ਟਰੱਸਟ ਆਉਂਦੇ ਨੇ ਕਰਕੇ ਉਹਨਾਂ ਨੇ ਬਿਲਕੁਲ ਇਨਫੋਰਮ ਕੀਤਾ ਕਿ ਅਸੀਂ ਮੰਤਰੀ ਸਾਹਿਬ ਨੂੰ ਵੀ ਕਹਿਤਾ ਕਿ ਜਲਦੀ ਜਿਹੜੀ ਹੈ ਬਣਾ ਦੇਵਾਂਗੇ। ਸੀਵਰੇਜ ਬੋਰਡ ਵੱਲੋਂ ਇਹਦੇ ਲਈ ਅਦਾਇਗੀ ਕਰ ਚੁੱਕੀ ਹੈ ਜੀ। 7 ਕਰੋੜ ਤੋਂ ਉੱਪਰ ਅਸੀਂ PWD ਨੂੰ ਦੇ ਚੁੱਕੀ ਹੈ ਸੀਵਰੇਜ ਬੋਰਡ। ਇਹਦਾ ਪੈਸਾ ਉਹਨਾਂ ਨੂੰ ਚਲਾ ਗਿਆ ਜੀ। ਇਹ ਸੀਵਰੇਜ ਬੋਰਡ ਦਾ ਕੰਮ ਆ ਜੀ, ਕਿਹੜਾ ਸੀਵਰ ਪੈਂਦਾ। ਪੈਸਾ ਵੀ ਦੇ ਚੁੱਕੇ, ਟੈਂਡਰ ਵੀ ਅਲਾਟ ਹੋ ਚੁੱਕਾ। ਸਰਦੀਆਂ ਕਰਕੇ ਹੁਣ ਪਲਾਂਟ ਬੰਦ ਪਏ ਨੇ। ਜਿੱਦਣ ਖੁੱਲ ਜਾਂਦੇ ਨੇ ਉਹ ਕਿਹਦੇ ਕੋ ਕੰਟਰੈਕਟਰ ਹੈਗਾ ਜੀ, ਉਹ ਕਹਿੰਦੇ ਜੀ ਮੈਂ ਇਮੀਡੀਏਟਲੀ ਇਹ ਬਣਾ ਦੇਣੀ ਆ ਜੀ, ਰੁਕਦੀ ਨਹੀਂ। ਪਰ ਤੁਸੀਂ ਦੇਖੋਗੇ ਇਹਦਾ ਵੀ ਉਦਘਾਟਨ ਕਰਨ ਆ ਜਾਣਾ ਜੀ ਉਹਨਾਂ ਨੇ। ਸਾਡੇ ਤਾਂ ਹਿੰਦੁਸਤਾਨ ਦੀ ਇੱਕ ਬਦਕਿਸਮਤੀ ਪਤਾ ਨਹੀਂ ਕਹੀਏ ਜੀ, ਉਦਘਾਟਨ ਜ਼ਿਆਦਾ ਹੁੰਦੇ ਨੇ ਔਰ ਕੰਮ ਘੱਟ ਹੁੰਦੇ ਨੇ। ਪਰ ਮੈਂ ਆਪਣਾ ਨਿੱਜੀ ਤੌਰ ਤੇ ਤੁਹਾਨੂੰ ਦੱਸਦਾ ਜੀ, ਮੈਨੂੰ ਹਰ ਵੇਲੇ ਵਹਿਮ ਰਹਿੰਦਾ ਜਦੋਂ ਵੀ ਮੈਂ ਕੋਈ ਉਦਘਾਟਨ ਕੀਤਾ ਜੀ। ਜੇ ਕੀਤਾ ਹੋਊ ਉਹ ਮਜਬੂਰੀ ਨਾਲ ਕੀਤਾ ਹੋਊਗਾ, ਪਰ ਇੱਛਾ ਨਹੀਂ ਰਹੀ ਕਿ 5 ਸਾਲਾਂ 'ਚ ਕੋਈ ਉਦਘਾਟਨ ਕਰੀਏ ਜੀ। ਬਹੁਤ ਵਧੀਆ ਜੀ। ਤੁਹਾਡੇ ਤੁਹਾਡੇ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤੁਸੀਂ ਇੱਕ ਜਾਂਦੇ ਕੀ ਸੁਨੇਹਾ ਦੇਣਾ ਚਾਹੋਗੇ? ਐਕਚੁਅਲੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਣੀ ਵੋਟ ਦੀ ਜਿਹੜੀ ਕੀਮਤ ਆ ਉਹਨਾਂ ਨੂੰ ਪਤਾ ਹੋਣੀ ਚਾਹੀਦੀ ਆ। ਉਹ ਕਿਸੇ ਵੀ ਪੈਸੇ ਦੇ ਪੱਖੋਂ ਜਾਂ ਕਿਸੇ ਕੁਝ ਲੈਣ ਦੇਣ ਦੇ ਪੱਖੋਂ ਨਾ ਉਹਨਾਂ ਨੂੰ ਕਰਨ, ਇੱਕ ਚੰਗੇ ਕੈਂਡੀਡੇਟ ਨੂੰ, ਚੰਗੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਉਹਦਾ ਯੂਜ਼ ਕਰਨ ਮੈਨੂੰ ਲੱਗਦਾ ਜ਼ਿਆਦਾ ਵਧੀਆ। ਤੁਸੀਂ ਇੱਕ ਸੁਨੇਹਾ ਕੀ ਦੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਵਾਰਡ ਨੰਬਰ 5 ਦੇ ਜਿੰਨੇ ਵਸਨੀਕ ਆ ਜੀ, ਜੋ ਮੈਨੂੰ ਰੁਤਬਾ ਮਿਲਿਆ, ਜੋ ਪਿਆਰ ਮਿਲਿਆ, ਇਹ ਇਹਨਾਂ ਦੀ ਬਦੌਲਤ ਹੀ ਮਿਲਿਆ। ਅੱਜ ਨਕੋਦਰ 'ਚ ਜੇ ਸੀਵਰੇਜ ਦੀ ਦੇਣ ਹੈ, ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਦੇਣ ਹੈ, ਦਾਣਾ ਮੰਡੀ ਦੀ ਦੇਣ ਹੈ, ਚਾਹੇ ਸਟੇਡੀਅਮ ਦੀ ਹੈ, LED ਪ੍ਰੋਜੈਕਟ ਨੇ, ਤੁਹਾਡੀ ਕਿਹੜੀ ਹੈ ਫਾਇਰ ਸਟੇਸ਼ਨ ਹੈ, ਜੋ ਵੀ ਪ੍ਰੋਜੈਕਟ ਟੋਟਲ ਨੇ, ਕੁੜੀਆਂ ਦਾ ਸਕੂਲ ਹੈ, ਇਹ ਇਹਨਾਂ ਦੀ ਬਦੌਲਤ, ਵਾਰਡ ਨੰਬਰ 5 ਦੇ ਵਸਨੀਕਾਂ ਦੀ ਬਦੌਲਤ ਹੈ ਕਿ ਮੈਨੂੰ ਇਸ ਲਾਇਕ ਔਰ ਇਸ ਕਰਮ ਦੇ ਲਈ ਉਹਨਾਂ ਨੇ ਬਖਸ਼ਿਆ। ਔਰ ਜਿੱਥੇ ਤੱਕ ਇਹ ਗੱਲ ਹੈ ਜੀ, ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਮੇਰੀ ਕਿਹੜੀ ਵਾਰਡ ਦੇ ਲੋਕ ਨੇ ਜਾਂ ਮੇਰਾ ਕਿਉਂਕਿ ਮੈਂ ਤਾਂ ਜਵਾਬਦੇਹੀ ਸਾਰੇ ਸ਼ਹਿਰ ਦਾ ਜੀ। ਵਾਰਡ ਨੰਬਰ 5 ਦੇ ਕਿਹੜੇ ਲੋਕ ਨੇ, ਤੁਸੀਂ ਜਾ ਕੇ ਮੁਹੱਲਿਆਂ 'ਚ ਚੈੱਕ ਕਰੋ ਜੀ। ਉਹ ਲੋਕ ਇਹੋ ਜਿਹੀ ਆਦਤਾਂ ਦੇ ਨੇ ਜੀ ਕਿ ਕਦੀ ਵੀ ਜ਼ਿੰਦਗੀ 'ਚ ਉਹਨਾਂ ਨੂੰ ਕਦੀ ਕੋਈ ਕੰਮ ਨਹੀਂ ਪੈਂਦੇ ਜੀ। ਛੋਟੇ ਛੋਟੇ ਕਿਹੜੇ ਕੰਮ ਹੁੰਦੇ ਆ, ਉਹਨਾਂ ਦਾ ਪੁੱਤ ਜਿੰਦਾ ਆ, ਉਹ ਆਪਣੇ ਢੰਗ ਨਾਲ ਹੀ ਕਰੀ ਜਾਂਦਾ ਜੀ। ਔਰ ਮੈਂ ਹਮੇਸ਼ਾ ਉਹਨਾਂ ਦਾ ਰਿਣੀ, ਮੈਂ ਔਰ ਮੇਰਾ ਪੂਰਾ ਪਰਿਵਾਰ ਜੀ, ਮੇਰੇ ਬੱਚਿਆਂ ਤੱਕ ਸਾਰੇ ਇਲਾਕੇ ਦੀ ਸਾਡੀ ਦੇਣਦਾਰੀ ਰਹੂਗੀ ਜੋ ਉਹਨਾਂ ਨੇ ਸਾਡੇ ਪਰਿਵਾਰ 'ਤੇ ਹਮੇਸ਼ਾ ਯਕੀਨ ਬਣਾ ਕੇ ਰੱਖਿਆ। ਔਰ ਮੈਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ, ਜੋ ਉਹਨਾਂ ਦੀਆਂ ਆਸਾਂ ਨੇ, ਮੈਂ ਜ਼ਿੰਦਗੀ ਭਰ, ਦੇਖੋ ਕੌਂਸਲਰ ਲਈ ਨਹੀਂ, ਜ਼ਿੰਦਗੀ ਭਰ ਇਸ ਵਾਰਡ ਦੇ ਔਰ ਇਸ ਸ਼ਹਿਰ ਦੇ ਅਸੀਂ ਜਵਾਬਦੇਹੀ ਹਾਂ ਔਰ ਰਿਣੀ ਰਹਾਂਗੇ। ਕਿਉਂਕਿ ਇਸ ਨਕੋਦਰ ਸ਼ਹਿਰ ਨੇ ਜੋ ਮਾਣ ਔਰ ਸਤਿਕਾਰ ਮੈਨੂੰ ਇਸੇ ਉਮਰੇ ਦੇ ਦਿੱਤਾ ਜੀ, ਲੋਕਾਂ ਨੂੰ ਤਾਂ ਬੁਢਾਪੇ ਤੱਕ ਨਹੀਂ ਮਿਲਦਾ ਜੀ। ਤਾਂ ਇਸ ਲਈ ਮੈਂ ਅਪੀਲ ਕਰਦਾ ਕਿ ਮੇਰੇ ਵਾਰਡ ਦੇ ਜਿੰਨੇ ਵੀ ਵਸਨੀਕ ਨੇ, ਉਹਨਾਂ ਦੀ ਬਦੌਲਤ ਅੱਜ ਮੈਂ ਜੀਂਦਾ ਹਾਂ ਔਰ ਇਸ ਸਟੇਟਸ 'ਤੇ ਖੜਾ ਹੋਇਆ ਜੀ। ਰਿਣੀ ਹਾਂ ਮੈਂ ਔਰ ਮੇਰਾ ਪਰਿਵਾਰ ਹਮੇਸ਼ਾ ਉਹਨਾਂ ਦੇ, ਕਿਉਂਕਿ ਉਹਨਾਂ ਦੀ ਬਦੌਲਤ ਹੀ ਮੈਂ ਸ਼ਹਿਰ ਦੀ ਰਾਜਨੀਤੀ ਦੇ ਵਿੱਚ ਆਇਆ ਔਰ ਲੋਕਾਂ ਦੀ ਸੇਵਾ ਕਰ ਸਕਿਆ ਜੀ। ਥੈਂਕ ਯੂ ਜੀ। ਤੇ ਇਹ ਸਨ ਸਾਡੇ ਨਾਲ ਵਾਰਡ ਨੰਬਰ 5 ਤੋਂ। ਅਸੀਂ ਇਹਨਾਂ ਨੂੰ ਸਾਬਕਾ ਪ੍ਰਧਾਨ ਤਾਂ ਨਹੀਂ ਕਹਾਂਗੇ ਕਿਉਂਕਿ ਪ੍ਰਧਾਨ ਦਾ ਨਾਂ ਜਦੋਂ ਇੱਕ ਵਾਰ ਜੁੜ ਜਾਂਦਾ ਤਾਂ ਸਾਰੀ ਉਮਰ ਪ੍ਰਧਾਨ ਜੁੜਦਾ ਰਹਿੰਦਾ ਨਾਲ। ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਵੀ ਇਹ ਆਪਣੀ ਜਿੱਤ ਪ੍ਰਾਪਤ ਕਰਕੇ ਤੇ ਲੋਕਾਂ ਦੇ ਨਾਲ ਐਵੇਂ ਹੀ ਭਾਈਚਾਰਕ ਸਾਂਝ ਬਣਾਈ ਰੱਖਣ ਤਾਂ ਜੋ ਕਿ ਇਹ ਆਪਣੇ ਕੰਮਾਂ ਨੂੰ ਪੂਰੇ ਜ਼ੋਰ ਦੇ ਨਾਲ ਸਿਰੇ ਲਾ ਸਕਣ। ਤੇ ਤੁਸੀਂ ਬਣੇ ਰਹੋ ਛਨਕਾਟਾ TV ਦੇ ਨਾਲ। ਤੁਸੀਂ ਵੇਖ ਰਹੇ ਹੋ ਛਨਕਾਟਾ TV ਨਿਊਜ਼।